ਤਾਂ ਬੋਲ ਹੀ ਲਏ ਆ ਨਹੀਂ। ਬਹੁਤ ਹੀ ਮਾਣ ਤੇ ਸਤਿਕਾਰ ਦੇ ਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਸਾਡੇ ਵਿੱਚ ਪਹੁੰਚ ਚੁੱਕੇ ਨੇ। ਮੈਂ ਸਮੁੱਚੇ ਵਿਧਾਇਕ ਦਲ ਵੱਲੋਂ ਉਹਨਾਂ ਦਾ ਇੱਥੇ ਪਹੁੰਚਣ ਤੇ ਸਵਾਗਤ ਕਰਦਾ। ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਸਾਰੇ ਹੀ ਐਮਪੀ ਸਾਹਿਬਾਨ ਪਹੁੰਚੇ ਨੇ, ਸਾਰੇ ਹੀ ਐਮਐਲਏ ਸਾਹਿਬਾਨ, ਸਾਰੇ ਹੀ ਦੂਸਰੇ ਦਲਾਂ ਦੇ ਐਮਐਲਏ ਸਾਹਿਬਾਨ। ਮੇਰੀ ਬੇਨਤੀ ਹੈ ਸਾਰਿਆਂ ਨੂੰ, ਭਾਈ ਇੱਧਰ ਆ ਜਾਓ, ਔਜਲਾ ਸਾਹਿਬ ਇੱਧਰ ਆ ਜਾਓ, ਅਗਲੇ ਪਾਸੇ ਇੱਧਰ ਆਓ, ਇੱਧਰ ਆ ਜਾਓ, ਆਮਲਾ ਸਾਹਿਬ ਇੱਧਰ ਆਓ ਸਾਰੇ। ਇੱਕ ਮਿੰਟ, ਮੈਂ किसान मजदूर एकता, किसान मजदूर एकता, मोदी सरकार मुर्दाबाद, मोदी सरकार मुर्दाबाद, किसान मजदूर एकता जिंदाबाद, किसानां दे हक इत्थे रख, किसान मजदूर दे हक इत्थे रख। हिटलरी मोदी सरकार मुर्दाबाद, हिटलरी मोदी सरकार मुर्दाबाद। मैं काले कानून वापस लो। मेरी बेनती है सारे साथियों नू कि बावां खड़ियां करके नारे दा जवाब दो। काले कानून वापस लो, काले कानून वापस लो। किसान मजदूर विरोधी काले कानून वापस लो, किसान मजदूर विरोधी काले कानून वापस लो। भाई सारे सिक्योरिटी वाले नू बेनती है, साथियों नू थोड़े थोड़े परां नू हो जाओ, थोड़े थोड़े परां नू हो जाओ। व्यू दे अगे ना आओ, पिछे एमएलए साहबान ने थोड़े जेड़े एमएलए साहबान दे व्यू तो खुबी राम जी पासे करो, इन्हां नू तुसीं उत्थे हो जाओ ना, थोड़ा जगह नू इधर इधर आ जाओ, अगले पासे आ जाओ, अगले पासे आ जाओ ना, फोटो पूरी आ जाऊगी, अगले पासे आ जाओ, इत्थे आ जाओ ना तुसीं। अमर सिंह जी इत्थे आ जाओ, एमपी साहब उत्थे चलो ना, लंबा उत्थे इधर आ जाओ, अगले पासे इधर। फिर उन्होंने इत्थे नाल आ जाओ, उन्होंने इत्थे फिर फोटो उत्थे चौड़ी नहीं ना होनी। मैं आनंदपुर साहब सत्कारयोग पंजाब दे मुख मंत्री कैप्टन अमरिंदर सिंह जी, इत्थे आए सारे एमपी साहिबान, वजीर साहिबान, एमएलए साहिबान और
ਦੂਜੇ ਪਾਰਟੀਆਂ ਤੋਂ ਅੱਜ ਸਾਡੀ ਇਸ ਮੁਹਿੰਮ ਨੂੰ ਹੁੰਗਾਰਾ ਦੇਣ ਆਏ ਸਾਰੇ ਹੀ ਲੀਡਰ ਸਾਹਿਬਾਨ, ਅੱਜ ਅਸੀਂ ਸਾਰੇ ਇੱਥੇ ਜੰਤਰ ਮੰਤਰ ਤੇ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਵਾਸਤੇ ਇਕੱਠੇ ਹੋਏ ਹਾਂ। ਇੱਥੇ ਸਾਰਾ ਦਿੱਲੀ ਦਾ ਮੀਡੀਆ ਮੌਜੂਦ ਹੈ। ਤੁਸੀਂ ਸਾਰੇ ਉਹ ਲੋਕ ਹੋ ਜਿਹੜੇ ਸੰਸਦ ਦੀ ਕਾਰਵਾਈ ਨੂੰ ਕਵਰ ਕਰਦੇ ਹੋ, ਔਰ ਤੁਸੀਂ ਵੇਖਿਆ ਕਿ ਕਿਸ ਗੈਰ ਕਾਨੂੰਨੀ ਤਰੀਕੇ ਨਾਲ, ਗੈਰ ਸੰਵਿਧਾਨਿਕ ਤਰੀਕੇ ਨਾਲ ਇਹ ਜਿਹੜੇ ਖੇਤੀਬਾੜੀ ਨਾਲ, ਕ੍ਰਿਸ਼ੀ ਨਾਲ ਹੋਏ ਵਿਧੇਇਕ ਨੇ, ਇਹਨਾਂ ਨੂੰ ਪਾਰਿਤ ਕੀਤਾ ਗਿਆ ਔਰ ਨਿਯਮਾਂ ਬਣਾਇਆ ਗਿਆ। ਇੱਕ ਬਹੁਤ ਵੱਡਾ ਕੁਟਾਰਾਘਾਤ, ਇੱਕ ਬਹੁਤ ਵੱਡੀ ਸੱਟ ਪੰਜਾਬ ਦੇ, ਹਰਿਆਣੇ ਦੇ, ਪੱਛਮ ਉੱਤਰ ਪ੍ਰਦੇਸ਼ ਦੇ ਔਰ ਮੁਲਕ ਦੇ ਵੱਖ-ਵੱਖ ਹਿੱਸਿਆਂ ਦੇ ਜਿਹੜੇ ਕਿਸਾਨ ਨੇ, ਉਹਨਾਂ ਤੇ ਐਨਡੀਏ ਭਾਜਪਾ ਸਰਕਾਰ ਨੇ ਮਾਰੀ ਜਦੋਂ ਉਹਨਾਂ ਨੇ ਸਰਕਾਰੀ ਖਰੀਦ ਔਰ ਐਮਐਸਪੀ ਜਿਹੜੀ 1966 ਤੋਂ ਚਲੀ ਆ ਰਹੀ ਹੈ, ਜਿਹੜਾ ਹਿੰਦੁਸਤਾਨ ਦੀ ਕਿਸਾਨੀ ਦੇ ਦੋ ਖੰਭੇ ਨੇ, ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਧਵਸਤ ਕਰਨ ਦੀ ਕੋਸ਼ਿਸ਼ ਕੀਤੀ। ਕੈਪਟਨ ਅਮਰਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ ਪੰਜਾਬ ਦੀ ਵਿਧਾਨ ਸਭਾ ਨੇ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਨੂੰ ਪ੍ਰੋਟੈਕਟ ਕਰਨ ਵਾਸਤੇ, ਉਹਨਾਂ ਦੇ ਹੱਕਾਂ ਦੀ ਰਾਖੀ ਕਰਨ ਵਾਸਤੇ ਬਹੁਤ ਹੀ ਕ੍ਰਾਂਤੀਕਾਰੀ ਕਦਮ ਉਠਾਏ ਔਰ ਆਪਣੇ ਸੰਵਿਧਾਨਿਕ ਅਖਤਿਆਰ ਦਾ ਉਪਯੋਗ ਕਰਦੇ ਹੋਏ ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਨਾਲ ਬਿੱਲ ਪਾਸ ਕੀਤੇ। ਉਹ ਬਿੱਲ ਹੁਣ ਕੇਂਦਰ ਸਰਕਾਰ ਕੋਲ ਨੇ, ਕਿਉਂਕਿ ਪੰਜਾਬ ਦੇ ਜਿੰਨੇ ਵਿਧਾਇਕ ਨੇ, ਦੋ ਭਾਜਪਾ ਦੇ ਵਿਧਾਇਕਾਂ ਨੂੰ ਛੱਡ ਕੇ ਉਹਨਾਂ ਸਾਰਿਆਂ ਨੇ ਉਹਨਾਂ ਬਿੱਲਾਂ ਦੀ ਹਮਾਇਤ ਕੀਤੀ ਹੈ। ਅੱਜ ਅਸੀਂ ਇਸ ਆਪਣੀ ਮੁਹਿੰਮ ਦੇ ਰਾਹੀਂ ਪ੍ਰਧਾਨ ਮੰਤਰੀ ਜੀ ਨੂੰ ਔਰ ਰਾਸ਼ਟਰਪਤੀ ਜੀ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਉਹਨਾਂ ਬਿੱਲਾਂ ਨੂੰ ਜਲਦ ਤੋਂ ਜਲਦ ਪਾਰਿਤ ਕੀਤਾ ਜਾਵੇ, ਉਹਨਾਂ ਨੂੰ ਸਹਿਮਤੀ ਦਿੱਤੀ ਜਾਵੇ, ਜਿਹਦੇ ਨਾਲ ਉਹ ਕਾਨੂੰਨ ਬਣ ਜਾਣ। ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਸੰਵੇਦਨਸ਼ੀਲ ਹੁੰਦੇ ਜਾ ਰਹੇ ਨੇ। ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਰੇਲ ਗੱਡੀਆਂ ਰੋਕੀਆਂ ਨੇ, ਜਿਸ ਤਰ੍ਹਾਂ ਨਾਲ ਫਰਟੀਲਾਈਜ਼ਰ ਰੋਕਿਆ ਗਿਆ ਹੈ, ਪੰਜਾਬ ਦੀ ਕਿਸਾਨੀ ਨਾਲ ਇੱਕ ਤੋਂ ਬਾਅਦ ਇੱਕ ਧੱਕਾ ਹੁੰਦਾ ਰਿਹਾ ਹੈ। ਪੰਜਾਬ ਇੱਕ ਬਹੁਤ ਹੀ ਸੰਵੇਦਨਸ਼ੀਲ ਦੌਰ ਤੋਂ ਗੁਜ਼ਰਿਆ। 1980 ਤੋਂ ਲੈ ਕੇ 1995 ਤੱਕ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਸਤੇ ਇਹੋ ਜਿਹੀਆਂ ਬਾਹਰੀ ਤਾਕਤਾਂ ਨਿਰੰਤਰ ਔਰ ਲਗਾਤਾਰ ਕੋਸ਼ਿਸ਼ ਕਰਦੀਆਂ ਰਹਿੰਦੀਆਂ ਨੇ, ਔਰ ਇਸ ਲਈ ਪੰਜਾਬ ਦੀ ਵਿਸ਼ੇਸ਼ ਪਰਿਸਥਿਤੀ ਨੂੰ ਦੇਖਦੇ ਹੋਏ ਇਹ ਸਰਹੱਦ ਦਾ ਸੂਬਾ ਹੈ, ਉਸ ਚੀਜ਼ ਨੂੰ ਸੰਗਿਆਨ ਚ ਲੈਂਦੇ ਹੋਏ ਅਸੀਂ प्रधानमंत्री जी को ये निवेदन करना चाहते हैं कि इस परिस्थिति को आप एक सामान्य तरीके से बदलें। पंजाब में परिस्थितियां बहुत जल्दी बदल जाती हैं और बहुत जल्दी संवेदनशील हो जाती हैं, और इसलिए पंजाब की किसानी की रक्षा भारत के सर्वोच्च राष्ट्रीय हित की रक्षा है। और इसीलिए आज कैप्टन अमरिंदर सिंह जी की रहनुमाई में हम सब यहाँ पे इकट्ठे हुए हैं कि पंजाब की जो संवेदनशीलता है और पंजाब में जो एक नाजुक परिस्थिति बनी हुई है उसके बारे में केंद्र सरकार को अवगत कराएं। आपका बहुत बहुत धन्यवाद। वाहिगुरु जी का खालसा, वाहिगुरु जी की फतेह। मैं ਹੁਣ ਬੇਨਤੀ ਕਰਦਾ ਹਾਂ ਸਰਦਾਰ ਸੁਖਪਾਲ ਸਿੰਘ ਜੀ ਖਹਿਰਾ ਐਮਐਲਏ ਪਲੱਥ, ਉਹ ਆਉਣ ਤੇ ਆਪਣੀ ਗੱਲ ਆ ਕੇ ਰੱਖਣ। ਸਰਦਾਰ ਸੁਖਪਾਲ ਸਿੰਘ ਜੀ ਖਹਿਰਾ। ਸਤਿਕਾਰਯੋਗ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ, ਸਾਰੇ ਹੀ ਆਦਰਨੀय एमपी साहब, एमएलए साहब, दूसरियां पार्टियां तो, क्योंकि अज ये विषा कोई एक पार्टी नाल तुलक रखने वाला नहीं गा, ये साडे सूबे दे भविख दा मसला वा, साडे सूबे दे किसानी दा मसला वा,
ਇਸ ਲਈ ਛੋਟੀਆਂ ਮੋਟੇ ਆਪਣੇ ਜਿਹੜੇ ਆਪਸ ਵਿੱਚ ਕੋਈ ਸਾਡੇ ਆਪਸ 'ਚ ਕੋਈ ਡਿਫਰੈਂਸਸ ਨੇ ਉਹਨਾਂ ਨੂੰ ਪਰੇ ਕਰਕੇ ਅੱਜ ਅਸੀਂ ਸਾਰੇ ਪੰਜਾਬ ਦੀ ਆਵਾਜ਼ ਦਿੱਲੀ ਦੇ ਇਸ ਜੰਤਰ ਮੰਤਰ ਵਿੱਚ ਆਪਣਾ ਦੁੱਖ ਰੋਣ ਵਾਸਤੇ ਇਕੱਤਰ ਹੋਏ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗਾ ਕਿ ਮੋਦੀ ਸਾਹਿਬ ਦੀ ਸਰਕਾਰ, ਬੀਜੇਪੀ ਦੀ ਸਰਕਾਰ ਇੱਕ ਤਾਨਾਸ਼ਾਹੀ ਰਵੱਈਆ ਅਖਤਿਆਰ ਕਰ ਚੁੱਕੀ ਹੈ। ਜਿਸ ਤਰ੍ਹਾਂ ਕਿਸੇ ਵੇਲੇ ਅੰਗਰੇਜ਼ ਜਾਂ ਜਿਹੜੇ ਮੁਗਲ ਧਾੜਵੀ ਆਉਂਦੇ ਸੀ ਪੰਜਾਬ ਦੇ ਨਾਲ ਧੋਖਾ ਕਰਦੇ ਸੀ, ਧੱਕਾ ਕਰਦੇ ਸੀਗੇ, ਅੱਜ ਉਹ ਰਵੱਈਆ ਸਾਡੀ ਆਪਣੀ ਕੇਂਦਰ ਦੀ ਸਰਕਾਰ, ਜਿਹਨੂੰ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੇ ਵੋਟ ਪਾ ਕੇ ਉਹਨਾਂ ਨੂੰ ਪ੍ਰਧਾਨ ਮੰਤਰੀ ਤੱਕ ਦੀ ਕੁਰਸੀ ਤੇ ਪਹੁੰਚਾਇਆ, ਬਜਾਏ ਕਿ ਉਹ ਕਿਸਾਨਾਂ ਦੀਆਂ ਜਾਇਜ਼ ਗੱਲਾਂ ਨੂੰ ਸਵੀਕਾਰ ਕਰਨ, ਉਹਨਾਂ ਨੂੰ ਇੱਕ ਗੱਲਬਾਤ ਵਾਸਤੇ ਦਿੱਲੀ ਬੁਲਾ ਕੇ ਉਹਨਾਂ ਨਾਲ ਬੈਠ ਕੇ ਉਹਨਾਂ ਦੀ ਗੱਲ ਤਸੱਲੀ ਕਰਾਉਣ, ਉਹਨਾਂ ਨੇ ਉਲਟਾ ਸਬਕ ਸਿਖਾਉਣ ਦੀ ਨੀਤੀ ਅਪਣਾ ਲਈ ਹੈ। ਉਹਨਾਂ ਨੇ ਪੰਜਾਬ ਦੇ ਨਾਲ ਜਿੱਦਾਂ ਇੱਕ ਉਹਨੂੰ ਟੀਚਰ ਕਰਨ ਦੀ ਨੀਤੀ ਅਖਤਿਆਰ ਕਰ ਲਈ ਹੈ। ਜਿਸ ਤਰ੍ਹਾਂ ਹੁਣੇ ਬੋਲ ਕੇ ਗਏ ਐਮਪੀ ਸਾਹਿਬ, ਸਾਡੀਆਂ ਜਿਹੜੀਆਂ ਐਸੈਂਸ਼ੀਅਲ ਕਮੋਡਿਟੀਜ਼ ਆ, ਜੋ ਪੰਜਾਬ ਨੂੰ ਖਾਦ ਚਾਹੀਦੀ ਆ, ਕੋਲਾ ਚਾਹੀਦਾ ਵਾ, ਦੀਵਾਲੀ ਦਾ ਤਿਉਹਾਰ ਆ ਰਿਹਾ, ਬਹੁਤ ਸਾਰੀਆਂ ਜ਼ਰੂਰੀ ਵਸਤੂਆਂ ਦੀ ਲੋੜ ਆ, ਸਾਡੀਆਂ ਟ੍ਰੇਨਾਂ ਰੋਕ ਦਿੱਤੀਆਂ ਨੇ। ਸਾਡੇ ਪੰਜਾਬ ਦਾ ਜਿਹੜਾ ਅਸੀਂ ਇਸ ਦੇਸ਼ ਨੂੰ ਚਲਾਉਣ ਵਾਸਤੇ ਟੈਕਸ ਅਦਾ ਕਰਦੇ ਆ, ਸਾਡਾ GST ਦਾ ਬਕਾਇਆ 9,500 ਕਰੋੜ ਰੁਪਇਆ ਰੋਕ ਛੱਡਿਆ ਵਾ। ਰੂਰਲ ਡਿਵੈਲਪਮੈਂਟ ਫੰਡ ਜਿਹੜਾ 1100 ਕਰੋੜ ਰੁਪਇਆ ਜੋ ਸਾਡਾ ਇੱਕ ਅਧਿਕਾਰ ਸੀਗਾ ਇਸ ਪ੍ਰਣਾਲੀ ਦੇ ਤਹਿਤ, ਉਹ ਸਾਡਾ ਉਹ ਰੋਕ ਦਿੱਤਾ ਵਾ। ਔਰ ਇੱਥੇ ਹੀ ਬਸ ਨਹੀਂ, ਹੁਣ ਉਹ ਕਹਿੰਦੇ ਹੁੰਦੇ ਨੇ ਕਿ ਕੁੱਟਦੇ ਵੀ ਨੇ ਤੇ ਸਾਨੂੰ ਰੋਣ ਵੀ ਨਹੀਂ ਦਿੰਦੇ। ਅੱਜ ਰਾਜਘਾਟ ਨਹੀਂ ਜਾਣ ਦੇਣਾ। ਰਾਸ਼ਟਰਪਤੀ ਇਸ ਦੇਸ਼ ਦਾ ਕਿਸੇ ਇੱਕ ਪਾਰਟੀ ਵਿਸ਼ੇਸ਼ ਦਾ ਰਾਸ਼ਟਰਪਤੀ ਨਹੀਂ ਹੁੰਦਾ, ਲੇਕਿਨ ਉਹਨਾਂ ਨੇ ਇੱਕ ਚੁਣੇ ਹੋਏ ਨੁਮਾਇੰਦਿਆਂ ਨੂੰ, ਇੱਕ ਪੰਜਾਬ ਦੀ 115 ਨੁਮਾਇੰਦਿਆਂ ਦਾ ਮਤਾ ਪਾਸ ਕੀਤਾ ਹੋਇਆ, 3.25 ਕਰੋੜ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਦਾ ਹੈ ਮਤਾ, ਉਹਨਾਂ ਨੇ ਮਿਲਣ ਤੋਂ ਇਨਕਾਰੀ ਕਰ ਦਿੱਤਾ। ਇਹਦੇ ਨਾਲੋਂ ਜ਼ਿਆਦਾ ਅਫਸੋਸਨਾਕ ਗੱਲ ਨਹੀਂ ਹੋ ਸਕਦੀ। ਸਾਨੂੰ ਤਾਂ ਐਂ ਲੱਗਦਾ ਵਾ ਪੰਜਾਬ ਵਾਲਿਆਂ ਨੂੰ ਜਿੱਦਾਂ ਅਸੀਂ ਭਾਰਤ ਦਾ ਸੂਬਾ ਨਾ ਹੋ ਕੇ ਕਿਸੇ ਦੁਸ਼ਮਣ ਦੇਸ਼ ਦਾ ਸੂਬਾ ਹੋ ਗਏ ਆ। ਮੋਦੀ ਸਾਹਿਬ ਦਾ ਰਵੱਈਆ ਸਾਡੇ ਪ੍ਰਤੀ ਇਦਾਂ ਜਿੱਦਾਂ ਅਸੀਂ ਪਾਕਿਸਤਾਨ ਦਾ ਕੋਈ ਸੂਬਾ ਹੋਣੇ, ਇਹ ਬਹੁਤ ਮਾੜੀ ਗੱਲ ਹੈ ਉਹਨਾਂ ਵਾਸਤੇ। ਇਹ ਦੇਸ਼ ਦੀ ਜਮਹੂਰੀਅਤ ਵਾਸਤੇ ਖਤਰੇ ਦੀ ਘੰਟੀ ਆ। ਇਹ ਦੇਸ਼ ਦੇ ਜੋ ਆਉਣ ਵਾਲਾ ਸਮਾਂ, ਇਹ ਜਿੱਦਾਂ ਕਹਿ ਕੇ ਗਏ ਨੇ, ਪੰਜਾਬ ਅੱਜ ਦਾ ਨਹੀਂ ਬਹੁਤ ਅਰਸੇ ਤੋਂ ਸ਼ਿਕਾਰ ਹੋਇਆ ਵਿਤਕਰਿਆਂ ਦਾ। ਸਾਡਾ ਪਾਣੀ ਖੋ ਕੇ ਲੈ ਗਏ, ਸਾਡੀ ਭਾਸ਼ਾ ਦੇ ਨਾਲ ਵਿਤਕਰਾ ਹੋ ਰਿਹਾ, ਸਾਡੀ ਜਿਹੜੀ ਜ਼ਮੀਨ ਹੈ, ਸਾਰੇ ਨੈਸ਼ਨਲ ਮੀਡੀਆ ਨੂੰ ਮੈਂ ਦੱਸਣਾ ਚਾਹੁੰਦਾ ਕਿ ਅੱਜ ਸਾਡੀ ਗ੍ਰੀਨ ਰੈਵੋਲੂਸ਼ਨ ਤੋਂ ਲੈ ਕੇ ਜਿਹੜੀ ਸਾਡੇ ਜੋ ਪੈਦਾਵਾਰ ਕੀਤੀ ਗਈ ਅਨਾਜ ਦੀ, ਜਿਹਦੇ ਨਾਲ ਸਾਰੇ ਭਾਰਤ ਦਾ ਢਿੱਡ ਭਰਿਆ, ਲੇਕਿਨ ਸਾਡੇ ਕੁਦਰਤੀ ਸਰੋਤ ਸਾਰੇ ਪੰਜਾਬ ਦੇ ਖਰਾਬ ਹੋ ਚੁੱਕੇ ਨੇ। ਸਾਡੇ ਪੰਜਾਬ ਦੀ ਧਰਤੀ ਇੰਨਾ ਜ਼ਿਆਦਾ ਕੀਟਨਾਸ਼ਕ, ਫਰਟੀਲਾਈਜ਼ਰ, ਖਾਦਾਂ, ਕੀੜੇ ਮਾਰ ਦਵਾਈਆਂ ਇੰਨੀਆਂ ਜ਼ਿਆਦਾ ਪਾਉਣੀਆਂ ਪਈਆਂ ਸਾਨੂੰ ਕਈ ਦਹਾਕਿਆਂ ਤੋਂ ਕਿ ਅੱਜ ਪੰਜਾਬ ਜਿਹੜਾ ਵਾ ਉਹਦਾ ਸਾਰਾ ਜ਼ਮੀਨ ਨੀਚਲਾ ਪਾਣੀ ਜਿਹੜਾ ਉਹ ਜ਼ਹਿਰੀਲਾ ਹੋ ਚੁੱਕਿਆ ਵਾ, ਕੰਟੈਮੀਨੇਟ ਹੋ ਚੁੱਕਿਆ ਵਾ। ਔਰ ਉਹਦਾ ਨਤੀਜੇ ਵਜੋਂ ਸਭ ਤੋਂ ਜ਼ਿਆਦਾ ਕੈਂਸਰ ਨਾ ਸਿਰਫ ਮਾਲਵੇ ਦੀ ਧਰਤੀ ਤੇ ਪੰਜਾਬ ਦੇ ਬਲਕਿ ਸੂਬੇ ਸਾਰੇ ਪੰਜਾਬ ਦੇ ਵਿੱਚ ਅੱਜ ਕੈਂਸਰ ਬਹੁਤ ਵੱਡੇ ਪੱਧਰ ਦੇ ਉੱਤੇ ਫੈਲ ਚੁੱਕਾ ਵਾ। ਕੌਣ ਜ਼ਿੰਮੇਵਾਰ ਆ? ਜਿਨ੍ਹਾਂ ਲੋਕਾਂ ਨੇ ਆਪਣੀਆਂ ਜਾਨਾਂ ਗਵਾ ਲਈਆਂ, ਜਿਹੜੇ ਕਿਸਾਨਾਂ ਨੇ ਇਸ ਦੇਸ਼ ਦਾ ਅਨਾਜ ਦਾ ਭੰਡਾਰ ਭਰਨ ਲਈ ਆਪਣਾ ਸਭ ਕੁਝ ਦਾਅ ਤੇ ਲਾ ਦਿੱਤਾ। ਅੱਜ ਪੰਜਾਬ ਦਾ ਕਿਸਾਨ 1 ਲੱਖ ਕਰੋੜ ਰੁਪਏ ਦਾ ਕਰਜ਼ਈ ਆ। ਅੱਜ ਪੰਜਾਬ ਦਾ ਕਿਸਾਨ ਆਤਮ ਹੱਤਿਆਵਾਂ ਕਰ ਰਿਹਾ ਵਾ। ਇੱਕ ਐਕਟਰ ਸੁਸ਼ਾਂਤ ਰਾਜਪੂਤ ਕੋਈ ਆਤਮ ਹੱਤਿਆ ਕਰਦਾ, ਸਾਰੇ ਦੇਸ਼ ਦਾ ਮੀਡੀਆ ਕਈ ਮਹੀਨੇ ਉਸ ਆਤਮ ਹੱਤਿਆ ਤੇ ਚਰਚਾ ਕਰਦੀ ਆ। CBI ਦੀ ਜਾਂਚ ਹੁੰਦੀ ਆ, ED ਦੀ ਜਾਂਚ ਹੁੰਦੀ ਆ, ਸੁਪਰੀਮ ਕੋਰਟ ਉਸ ਦੀ ਕੌਗਨੀਜੈਂਸ ਲੈਂਦਾ, ਤੇ ਪੰਜਾਬ ਦੇ ਵਿੱਚ ਮੇਰੇ ਸਤਿਕਾਰਯੋਗ ਮੀਡੀਆ ਦੇ ਸਾਰੇ ਭੈਣੋ ਭਰਾਓ, ਹਜ਼ਾਰਾਂ ਲੋਕਾਂ ਨੇ ਆਤਮ ਹੱਤਿਆ ਕੀਤੀ ਆ। ਕਿਸੇ ਸੁਪਰੀਮ ਕੋਰਟ ਨੇ, ਕਿਸੇ ED, ਕਿਸੇ CBI, ਕਿਸੇ ਕੇਂਦਰ ਦੀ ਸਰਕਾਰ ਨੇ ਇਹ ਵੀ ਨਹੀਂ ਮੁਨਾਸਬ ਸਮਝਿਆ ਕਿ ਅਸੀਂ ਇਹਨਾਂ ਦਾ ਹਾਲ ਹੀ ਪੁੱਛ ਲਈਏ ਜਾ ਕੇ। ਇਹ ਅੱਜ ਪੰਜਾਬ ਦੇ ਸਾਡੇ ਹਾਲਾਤ ਨੇ। ਔਰ ਪੰਜਾਬ ਦਾ ਕਿਸਾਨ ਬਹਾਦਰ ਦੇਖੋ 2-3 ਮਹੀਨਿਆਂ ਤੋਂ ਸੰਘਰਸ਼ ਕਰ ਰਿਹਾ, ਅੱਜ ਤੱਕ ਕਿਸੇ ਦੇ ਚੀਚੀ ਦੇ ਉੱਤੇ ਸੱਟ ਵੀ ਨਹੀਂ ਲੱਗਣ ਦਿੱਤੀ ਉਹਨਾਂ ਲੋਕਾਂ ਨੇ, ਬਿਲਕੁਲ ਸ਼ਾਂਤਮਈ। ਲੇਕਿਨ ਕੇਂਦਰ ਦੀ ਸਰਕਾਰ ਉਸਕਾ ਰਹੀ ਆ, ਜਿੱਦਾਂ ਉਕਸਾ ਰਹੀ ਆ ਕਿ ਇਹਨਾਂ ਨੂੰ, ਜਿੱਦਾਂ ਪੰਜਾਬੀ ਚ ਕਹਿੰਦੇ ਨੇ ਕਿ ਟਿਚਰਾ ਕਰੋ ਇਹਨਾਂ ਨਾਲ, ਹੋਰ ਇਹਨਾਂ ਨੂੰ ਚੜਾਓ ਤਾਂ ਕਿ ਇਹ ਕੋਈ ਹਿੰਸਕ ਰੁਖ ਅਖਤਿਆਰ ਕਰ ਸਕੇ ਸਾਡਾ ਸੂਬਾ।
ਔਰ ਮੈਂ ਕਹਿਣਾ ਚਾਹੁੰਦਾ ਇੱਥੋਂ ਮੀਡੀਆ ਦੇ ਜ਼ਰੀਏ ਸਾਰੇ ਐਮਐਲਏ ਸਤਿਕਾਰਯੋਗ ਬੈਠੇ ਨੇ 80 ਦੇ ਦਹਾਕੇ ਵਿੱਚ ਜੋ ਪੰਜਾਬ ਨੇ ਸੰਤਾਪ ਹੰਢਾਇਆ, ਕੇਂਦਰ ਦੀ ਸਰਕਾਰ ਦੀ ਵਿਤਕਰੇ ਵਾਲੀਆਂ ਨੀਤੀਆਂ ਸਾਨੂੰ ਉਧਰ ਨੂੰ ਧੱਕ ਰਹੀਆਂ ਨੇ। ਔਰ ਜੇ ਕੱਲ ਨੂੰ ਪੰਜਾਬ ਅਰਾਜਕਤਾ ਵੱਲ ਗਿਆ, ਕੋਈ ਕਿਸੇ ਦੇ ਨਾਲ ਭੰਨਤੋੜ ਹੋਈ, ਕੋਈ ਕਤਲੋਗਾਰਤ ਹੋਈ, ਤੇ ਮੋਦੀ ਸਾਹਿਬ ਤੇ ਬੀਜੇਪੀ ਦੇ ਸਰਕਾਰ ਇਹ ਲੋਕ ਇੱਥੋਂ ਦੇ ਲੋਕ ਜ਼ਿੰਮੇਵਾਰ ਹੋਣਗੇ। ਇਸ ਲਈ ਇਸ ਨੂੰ ਜਿੰਨੀ ਛੇਤੀ ਹੋ ਸਕੇ ਕਿਸਾਨਾਂ ਦੇ ਮਸਲਿਆਂ ਨੂੰ ਮੰਗਦੇ ਕੀ ਨੇ ਵਿਚਾਰੇ, ਮੰਗਦੇ ਮਿਨੀਮਮ ਸਪੋਰਟ ਪ੍ਰਾਈਸ ਦੀ ਪ੍ਰਣਾਲੀ, ਜਿਹੜਾ ਤੁਹਾਨੂੰ ਦੱਸ ਕੇ ਗਏ ਨੇ ਤਿਵਾੜੀ ਸਾਹਿਬ ਕਿ 1966 ਤੋਂ ਪ੍ਰਚਲਿਤ ਹੈ। ਔਰ ਕਿਹੜੀ ਪ੍ਰਣਾਲੀ ਜਿਸ ਨੇ ਉਹਨਾਂ ਨੂੰ 1 ਲੱਖ ਕਰੋੜ ਦਾ ਕਰਜ਼ਾ ਹੀ ਕੀਤਾ ਵਾ। ਭੋਲੇ ਇੰਨੇ ਨੇ ਕਿਸਾਨ, ਮੰਗਣਾ ਤਾਂ ਸਾਨੂੰ ਚਾਹੀਦਾ। ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦੀ ਰਿਕਮੈਂਡੇਸ਼ਨਸ, ਅੱਜ ਕਣਕ ਦਾ ਭਾਅ ਜਿਹੜਾ 1 ਕੁਇੰਟਲ 1900-2000 ਰੁਪਏ ਵਾ, ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦੇ ਫਾਰਮੂਲੇ ਹਿਸਾਬ ਦੇ ਨਾਲ 7000 ਰੁਪਏ ਕੁਇੰਟਲ ਹੋਣਾ ਚਾਹੀਦਾ ਵਾ। 5000 ਰੁਪਏ ਪ੍ਰਤੀ ਕੁਇੰਟਲ ਦਾ ਘਾਟਾ ਖਾ ਕੇ ਇਸ ਦੇਸ਼ ਦੇ ਅਨਾਜ ਦੇ ਭੰਡਾਰ ਨੂੰ ਭਰਨ ਵਾਸਤੇ ਕਿਸਾਨ ਸਭ ਕੁਝ ਦਾਅ ਤੇ ਲਾ ਰਿਹਾ, ਸਭ ਕੁਝ ਲੁਟਾ ਰਿਹਾ। ਉਹਨਾਂ ਦੇ ਘਰਾਂ ਦੇ ਹਾਲਤ ਦੇਖੋ ਜਾ ਕੇ ਤੁਸੀਂ। ਪੰਜਾਬ ਦਾ 3.25 ਕਰੋੜ ਆਬਾਦੀ ਚੋਂ 60-70 ਲੱਖ ਪੰਜਾਬੀ ਵਿਦੇਸ਼ਾਂ ਨੂੰ ਭੱਜ ਚੁੱਕਾ ਵਾ। ਸਾਡੇ ਨੌਜਵਾਨਾਂ ਦੇ ਕੋਲ ਜੌਬਸ ਨਹੀਂ ਗਈਆਂ, ਸਾਡੇ ਨੌਜਵਾਨਾਂ ਦੇ ਕੋਲ ਕੋਈ ਭਵਿੱਖ ਨਹੀਂਗਾ। ਇੱਕ ਰੋਟੀ ਖਾਣ ਦਾ ਸਾਧਨ ਖੇਤੀ, ਜਿਹਦੇ ਤੋਂ ਉਹ ਆਪਣੀ ਜ਼ਿੰਦਗੀ ਦੀ ਕਮਾਈ ਕਰ ਸਕਦੇ ਸੀਗੇ, ਮੋਦੀ ਸਾਹਿਬ ਉਹਨਾਂ ਦੇ ਮੂੰਹਾਂ ਵਿੱਚੋਂ, ਕਿਸਾਨਾਂ ਦੇ ਮੂੰਹਾਂ ਚੋਂ ਬੁਰਕੀਆਂ ਖੋ ਰਹੇ ਨੇ ਮੇਰੇ ਵੀਰੋ। ਇਸ ਲਈ ਇਹ ਬਹੁਤ ਮਾੜੇ ਸੰਕੇਤ ਨੇ। ਔਰ ਸਾਡੀ ਸਰਕਾਰ ਬੈਠੀ ਪੰਜਾਬ ਦੀ, ਸਾਡਾ ਹੱਕੀ ਪੈਸਾ ਜਿਹੜਾ GST ਦਾ, RDF ਦਾ ਤੁਰੰਤ ਰਿਲੀਜ਼ ਕੀਤਾ ਜਾਵੇ। ਸਾਡੇ 3.25 ਲੱਖ ਕਰੋੜ ਰੁਪਏ ਦਾ ਕਰਜ਼ਾ ਸਟੇਟ ਦੇ ਉੱਤੇ, ਸਾਡੇ ਕੋਲ ਬੱਚਿਆਂ ਨੂੰ ਨੌਕਰੀ ਦੇਣ ਵਾਸਤੇ ਪੈਸੇ ਨਹੀਂਗੇ, ਸਾਡੇ ਕੋਲ ਆਪਣਾ ਵਿਆਜ ਦੇਣ ਵਾਸਤੇ ਪੈਸੇ ਨਹੀਂਗੇ, ਤੇ ਕੇਂਦਰ ਸਰਕਾਰ ਸਾਡੇ ਪੈਸੇ ਰੋਕ ਰਹੀ ਹੈ। ਔਰ ਇਸ ਤੋਂ ਅਖੀਰ 'ਚ ਮੈਂ ਕਹਿਣਾ ਚਾਹੁੰਦਾ ਇੱਕ ਗੱਲ ਕਿ ਦੇਖੋ ਆ ਸਾਰੇ ਬੈਠੇ ਨੇ, ਪੰਜਾਬ ਦੀ ਵਿਧਾਨ ਸਭਾ 'ਚ 20 ਅਕਤੂਬਰ ਨੂੰ 115 MLAs ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਵਾ। MLAs ਨੇ, ਕੋਈ ਨਾਸਮਝ ਲੋਕਾਂ ਦਾ ਇਕੱਠ ਨਹੀਂ ਸੀਗਾ, ਪੜ੍ਹੇ ਲਿਖੇ ਵਿਧਾਨਕਾਰ, ਲਾਅ ਮੇਕਰਸ। ਅੱਜ ਸਾਡੇ ਵਿੱਚੋਂ ਦੋ ਧਿਰਾਂ, ਅਕਾਲੀ ਦਲ ਔਰ ਆਮ ਆਦਮੀ ਪਾਰਟੀ, ਜਾਣਬੁੱਝ ਕੇ ਇਸ ਪੰਜਾਬ ਦੇ ਕਿਸਾਨਾਂ ਦੀ ਮੁਹਿੰਮ ਨੂੰ ਕਮਜ਼ੋਰ ਕਰਨ ਵਾਸਤੇ, ਉਹਨੂੰ ਖੋਰਾ ਲਾਉਣ ਵਾਸਤੇ ਅੱਜ ਉਹ ਇਸ ਗੱਲ ਤੋਂ ਮੁੱਕਰ ਗਏ ਨੇ। ਔਰ ਕਹਿੰਦੇ ਰਾਸ਼ਟਰਪਤੀ ਨੂੰ ਮਿਲਣ ਦਾ ਕੀ ਫਾਇਦਾ ਵਾ। ਬਈ ਜੇ ਰਾਸ਼ਟਰਪਤੀ ਨੂੰ ਮਿਲਣ ਦਾ ਨਹੀਂ ਫਾਇਦਾ ਤੇ ਫਿਰ ਰੋਜ਼ ਗਵਰਨਰ ਪੰਜਾਬ ਦੇ ਕੋਲ, ਜਿੱਥੇ ਪੁਲਿਸ ਵਾਲੇ ਦਾ ਟੇਪ ਲਾ ਕੇ MLA ਨੂੰ ਗਵਰਨਰ ਤੱਕ ਜਾਣ ਵੀ ਨਹੀਂ ਦਿੰਦੇ, ਤੁਸੀਂ ਉੱਥੇ ਨਿਤ ਦਿਨ ਜਾ ਕੇ ਮੈਮੋਰੈਂਡਮ ਦੇ ਕੇ ਆਉਨੇ ਆ। ਉਹ ਜ਼ਿਆਦਾ, ਔਰ ਗਵਰਨਰ ਤਾਂ ਇਸ ਦੇਸ਼ ਦੀ ਸਰਕਾਰ ਦਾ ਇੱਕ ਏਜੰਟ ਆ, ਅਪਾਇੰਟਡ ਹੋਇਆ ਆਦਮੀ ਆ। ਰਾਸ਼ਟਰਪਤੀ ਦਾ ਫਿਰ ਵੀ ਇਸ ਦੇਸ਼ ਦਾ ਇੱਕ ਹੈਡ ਆ। ਔਰ ਅਕਾਲੀ ਦਲ ਦੇ ਬਹੁਤ ਦੁੱਖ ਦੀ ਗੱਲ, ਅਖੇ ਧੋਖਾ ਕਰ ਦਿੱਤਾ। ਅਸੀਂ ਸਾਰੇ ਉੱਥੇ ਗਵਾਹ ਆ, ਵਿਧਾਨ ਸਭਾ ਦੇ ਅੰਦਰ ਬੈਠੇ ਆ। ਕਿਸੇ ਅਕਾਲੀ ਲੀਡਰ ਨੇ, ਕਿਸੇ ਆਮ ਆਦਮੀ ਪਾਰਟੀ ਦੇ MLA ਨੇ ਇੱਕ ਸ਼ਬਦ ਵੀ ਇਹਨਾਂ ਕਾਨੂੰਨਾਂ ਦੇ ਖਿਲਾਫ ਨਹੀਂ ਬੋਲਿਆ ਅੰਦਰ। ਅਗਰ ਤੁਹਾਨੂੰ ਲੱਗ ਰਿਹਾ ਸੀ ਕਿ ਧੋਖਾ ਹੋ ਰਿਹਾ ਤੇ ਤੁਸੀਂ 10 ਘੰਟੇ ਬਹਿਸ ਚੱਲੀ ਆ, ਤੁਸੀਂ ਉੱਠ ਕੇ ਬਾਹਰ ਜਾ ਕੇ ਮੀਡੀਆ ਨੂੰ ਦੱਸ ਦਿੰਦੇ, ਨਹੀਂ ਕਰ ਸਕੇ। ਉਸ ਤੋਂ ਬਾਅਦ ਕਾਨੂੰਨ ਪਾਸ ਕਰਾਏ ਤੇ ਮੁੱਖ ਮੰਤਰੀ ਦੇ ਨਾਲ ਗਵਰਨਰ ਪੰਜਾਬ ਨੂੰ ਮਿਲਣ ਵਾਸਤੇ ਆਪ ਗਏ ਨੇ ਉੱਥੇ, ਤੇ ਹੁਣ ਕਹਿੰਦੇ ਧੋਖਾ ਹੋ ਗਿਆ ਵਾ। ਧੋਖਾ ਅਗਰ ਕਿਸੇ ਨੇ ਕੀਤਾ ਵਾ ਤਾਂ ਇਹ ਲੋਕ ਜਿਹੜੇ ਦੋਗਲੀ ਰਾਜਨੀਤੀ ਕਰ ਰਹੇ ਨੇ, ਅੰਦਰ ਕੁਝ, ਮੀਡੀਆ ਦੇ ਬਾਹਰ ਕੁਝ। ਔਰ ਜੋ ਇਹ ਇਲਜ਼ਾਮ ਲਾਉਂਦੇ ਨੇ ਕਿ ਫਲਾਨਾ B ਟੀਮ ਆ BJP ਦੀ, ਫਲਾਨਾ RSS ਦੀ B ਟੀਮ ਆ, ਮੈਂ ਕਹਿਣਾ ਚਾਹੁੰਦਾ ਕਿ ਇਹ ਦੋਨੋਂ ਧਿਰਾਂ ਅੱਜ BJP ਦੀ B ਟੀਮ ਬਣ ਕੇ ਸਾਡੇ ਕਿਸਾਨਾਂ ਦੇ ਇਸ ਸੰਘਰਸ਼ ਨੂੰ ਕਮਜ਼ੋਰ ਕਰ ਰਹੀ ਆ। ਇਹ B ਟੀਮ ਨੇ ਜਿਹੜੇ ਦੋ ਧਿਰਾਂ ਇੱਥੇ ਨਹੀਂ ਆਈਆਂ। ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਕਿ ਇਸ ਸੰਘਰਸ਼ ਨੂੰ ਡੈਮੋਕ੍ਰੈਟਿਕ ਤਰੀਕੇ ਨਾਲ ਤੇ ਪੀਸਫੁਲ ਤਰੀਕੇ ਨਾਲ ਹੋਰ ਅੱਗੇ ਲੈ ਕੇ ਜਾਓ। ਇਸ ਅੱਜ ਦੇ ਧਰਨੇ ਤੋਂ ਬਾਅਦ ਇਸ ਨੂੰ, ਇਹਦੀ ਅੱਗੇ ਅੱਛੀ ਰਣਨੀਤੀ ਬਣਾਓ, ਜਿਹਦੇ ਨਾਲ ਅਸੀਂ ਆਪਣੇ ਅਧਿਕਾਰ, ਆਪਣੀਆਂ ਮੰਗਾਂ, ਆਪਣੇ ਪੈਸੇ, ਆਪਣੀਆਂ ਖਾਦਾਂ, ਆਪਣਾ ਕੋਲਾ, ਜੋ ਸਾਡਾ ਅਧਿਕਾਰ ਹੈ ਸੰਵਿਧਾਨ ਦੇ ਥੱਲੇ, ਉਸ ਨੂੰ ਅਸੀਂ ਹਾਸਲ ਕਰ ਸਕੀਏ ਔਰ ਕਿਸਾਨਾਂ ਨਾਲ ਹੋ ਰਿਹਾ ਜ਼ੁਲਮ ਉਸ ਨੂੰ ਰੋਕ ਸਕੀਏ। ਔਰ ਮੈਂ ਨਾਲ ਕਹੂੰਗਾ ਕਿ ਪੰਜਾਬ ਦੀ ਸਮੂਹ ਲੀਡਰਸ਼ਿਪ ਬੈਠੀ ਆ, ਇੱਕ ਗੱਲ ਅੱਛੀ ਤਰ੍ਹਾਂ ਸਮਝ ਲਿਓ ਕਿ ਪੰਜਾਬ ਦਾ ਜਿਹੜਾ ਇਹ ਕਰਜ਼ੇ ਦਾ ਮਸਲਾ ਹੈ, ਇਹ ਲੱਥਣਾ ਨਹੀਂਗਾ ਆਪਣੇ ਤੋਂ। ਜਦ ਤੱਕ ਤੁਸੀਂ ਕੋਈ ਵਿਲੱਖਣ ਸੋਚ ਵਿਚਾਰਧਾਰਾ ਨੂੰ ਅਪਣਾਉਂਦੇ ਨਹੀਂਗੇ। ਇੱਕ ਰਾਹ ਉਹਦੇ ਵਿੱਚ ਇਹ ਵੀ ਹੈ ਕਿ ਪੰਜਾਬ ਨੂੰ ਪਾਕਿਸਤਾਨ ਦੇ ਨਾਲ ਬਣਦੇ ਬਾਰਡਰ ਦਾ ਜਿਹੜਾ ਟ੍ਰੇਡ ਦਾ ਬਾਰਡਰ ਆ, ਉਹ ਖੁੱਲਣਾ ਚਾਹੀਦਾ ਵਾ, ਕਿਉਂਕਿ ਅਸੀਂ ਲੈਂਡਲੌਕਡ ਸਟੇਟ ਆ, ਸਾਡੇ ਕੋਲ ਕੋਈ ਬੰਦਰਗਾਹ ਨਹੀਂ ਹੈ, ਸਾਡੇ ਕੋਲ ਕੋਈ ਸਾਧਨ ਨਹੀਂਗੇ। ਬਾਰਡਰ ਖੁੱਲੇ, ਟ੍ਰੇਡ ਆਪਸ ਵਿੱਚ ਹੋਵੇ, ਵਪਾਰ ਵਧੇਗਾ,
किसानी ਵਧੇਗੀ, ਪੰਜਾਬ ਦੇ ਹਰ ਪ੍ਰੋਡਕਟ ਦੀ ਕੀਮਤ ਜਿਹੜੀ ਆ ਉਹ ਅੱਛੀ ਮਿਲੇਗੀ। ਇਹ ਸਾਰੀ ਜਮਾਤ ਨੂੰ ਠੀਕ ਹੈ, ਸਾਡੇ ਉਹਨਾਂ ਦੇ ਨਾਲ ਤਾਲੁਕਾਤ ਠੀਕ ਨਹੀਂ ਗਏ, ਲੇਕਿਨ ਟ੍ਰੇਡ ਵਾਸਤੇ, ਖੇਤੀ ਨੂੰ ਤੇ ਇੰਡਸਟਰੀ ਨੂੰ ਅੱਗੇ ਲਿਜਾਉਣ ਵਾਸਤੇ ਪਾਕਿਸਤਾਨ ਨਾਲ ਬਾਰਡਰ ਖੁੱਲਣਾ ਬਹੁਤ ਜ਼ਰੂਰੀ ਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਅਸੀਂ ਹਰ 100% ਅੱਜ ਅਸੀਂ ਪੰਜਾਬ ਵਾਸਤੇ ਇੱਥੇ ਪਹੁੰਚੇ ਆ, ਅੱਜ ਕਿਸਾਨਾਂ ਦੇ ਵਾਸਤੇ ਪਹੁੰਚੇ ਆ। ਔਰ ਜਿੱਥੇ ਵੀ ਕਿਤੇ ਪ੍ਰੋਗਰਾਮ ਲਿਖੋਗੇ, ਜੋ ਵੀ ਵੱਧ ਤੋਂ ਵੱਧ ਪੰਜਾਬ ਲਈ, ਕਿਸਾਨਾਂ ਲਈ ਕੁਰਬਾਨੀ ਦੇਣੀ ਪਵੇ, ਭਾਵਾਂ ਚਾਹੇ ਸਰਕਾਰ, ਭਾਵਾਂ ਜਾਵੇ ਸਾਡੇ MLA ਦੇ ਅਹੁਦੇ ਤੇ ਭਾਵਾਂ ਜਾਣ ਰੁਤਬੇ, ਲੇਕਿਨ ਸਾਡਾ ਸੂਬਾ ਹਮੇਸ਼ਾ ਸਾਡੇ ਦਿਲ ਵਿੱਚ ਨੰਬਰ 1 ਤੇ ਰਹੇਗਾ। ਔਰ ਜੋ ਵੀ ਪ੍ਰੋਗਰਾਮ ਅਗਲਾ ਉਲੀਕਣਗੇ, ਅਸੀਂ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਹਮੇਸ਼ਾ ਅੱਛੀ ਗੱਲ ਦਾ ਸਾਥ ਦਿੰਦੇ ਰਹਾਂਗੇ। ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਣ ਬੇਨਤੀ ਕਰਦਾ ਸਰਦਾਰ ਨਵਜੋਤ ਸਿੰਘ ਜੀ ਸਿੱਧੂ ਉਹਨਾਂ ਨੂੰ ਕਿ ਉਹ ਆ ਕੇ ਆਪਣੀ ਗੱਲ ਰੱਖਣ। ਸਰਦਾਰ ਨਵਜੋਤ ਸਿੰਘ ਜੀ ਸਿੱਧੂ। मानयोग चीफ मिनिस्टर साहब, मेरे साथी साहबान, बैंस साहब, खैरा साहब, थोड़ा खैर मकदम करना। सरकारों की नीयत में आ जाए फर्क, अगर नजारा चाहे जन्नत का क्यों ना हो, गर्क हो जाएगा। और आज मैं हिंदी में भी बात करूंगा क्योंकि मुझे पता है ये प्लेटफॉर्म क्या है। मैं जानता हूं कि गूंगी बहरी सरकार तक अगर आवाज पहुंचानी हो तो धमाका जरूरी है। ये धमाका ही है। ये मत समझिएगा कि ये 50 लोग बैठे हैं, एक एक आदमी के पीछे 2-2 लाख पंजाबी बोलता है इस मंच से, 2-2 लाख पंजाबी। और अगर कोई MP बैठा है तो 15 लाख लोग उसके पीछे बोलते हैं। तो ये हीरे हैं, ये पंजाब के चुने हुए नुमाइंदे हैं। मैंने बात नीयत की है, नीयत की। नीयत साहब नीति में दिखती है, और नीति सिर्फ 2 पूंजीपतियों के लिए बनाई गई है मोदी सरकार ने। आप अगर यह सोचते हो कि यह कानून सरकार किसानों के हक में बना रही है तो बहुत बड़ी गलतफहमी है। यह सिर्फ 2 पूंजीपतियों के हक में उन्हें रिमोट कंट्रोल देने के लिए कानून बनाए गए हैं। और मैं आज डंके की चोट पे यह कहता हूं, छाती ठोक के यह कहता हूं कि हम मरते मर जाएंगे, लेकिन अंबानी और अडानी को पंजाब में पैर नहीं धरने देंगे। ये लीडर हैं। 100 भेड़ों के आगे एक शेर लगाओ, भेड़ें शेर हो जाती हैं, और ये शेरों के आगे बब्बर शेर हैं। और इनके आगे मैं बात जो करने वाला हूं वो बड़ी पते की, और यहां वाजिब है। ई-नैम तो पहले भी था साहब, पहले भी ऑनलाइन ट्रेडिंग होती थी। आप मंडियों की बात करते हो, आप ये बात करते हो कि फ्री मार्केट होनी चाहिए, तो फिर यह कानून बनाने की क्यों जरूरत है? बाहर से ई-नैम होता था, ऑनलाइन ट्रेडिंग होती थी, ये कानून क्यों बनाए गए? ये कानून इसलिए बनाए गए कि पंजाब के किसान के कानूनी अख्तियार, कानूनी अधिकार पूरी तरह से छीन लिए जाएं। मैंने आज तक कोई ऐसा कानून नहीं देखा जो किसान को कोर्ट में जाने से रोकता है। ये वो कानून बनाया है मोदी साहब ने काला, जिससे किसान अगर उसका कोई डिस्प्यूट होता है तो वो कोर्ट में नहीं जा सकता, नंबर 1। नंबर 2, वो SDM के पास जाएगा या वो DC के पास जाएगा, जिसका कंट्रोल सेंटर की सरकार के पास होगा। और ये चुने हुए नुमाइंदे, ये रेस जिताने वाले घोड़े, दर्शनी घोड़े बना दिए जाएंगे। इन चुने हुए नुमाइंदों को नकारा कर दिया जाएगा। ये मैंने देशों में सुना था कि 1-2 कंपनियां मोनोपोली बनाती हैं, और वो मोनोपोली बना के, जैसे ईस्ट इंडिया कंपनी राज किया करती थी, वो मोनोपोली बना के राज करती हैं। ये वही हो रहा है। ये रिमोट कंट्रोल ये गोरे अंग्रेजों के हाथ में नहीं, ये काले अंग्रेजों के हाथ में दिया जा रहा है। और ईस्ट इंडिया कंपनी की तरह
ये पूरे का पूरा कंट्रोल हमें कठपुतलियां बनाने के लिए अंबानी और अडानी के हाथ में देने की ये साजिश है। उसका प्रमाण है 17 लाख करोड़ रुपए के एनपीए हैं, बैंकों को लुटा दिया। 17 लाख करोड़ रुपए के एनपीए आपने सारे बैंक लुटा दिए, किसी एक पे कार्रवाई हुई? पिछले से पिछले साल 5 लाख करोड़ रुपया आपने टैक्सों का छोड़ा। इन बड़े बड़े कॉरपोरेट्स को वो जब पैसे छोड़ते हो टैक्सों के 5-5 लाख करोड़ रुपए, तो आप कहते हो इंसेंटिव, और गरीब किसान को अगर 4 पैसे देते हो तो उसको कहते हो सब्सिडी। वाह वाह, 17 लाख करोड़ के एनपीए। पूछिए मोदी सरकार से क्या जवाबदेही बनाया है किसी को? 5 लाख करोड़ रुपए के रेवेन्यूज फोरगॉन बजट में आते हैं। ये तिवारी साहब बैठे हैं, एमपी साहिबान बैठे हैं, रेवेन्यूज फोरगॉन। वो रेवेन्यूज फोरगॉन आप छोड़ते हो, वो इंसेंटिव। और किसान की जो बनी बनाई इनकम थी, किसान क्यों डरा हुआ है? किसान इसलिए डरा हुआ है कि उसकी लागत बढ़ रही है, उसके खर्चे बढ़ रहे हैं, पेस्टिसाइड के ऊपर खर्चे बढ़ रहे हैं, पेट्रोल की कीमत बढ़ रही है। लेकिन जो उसकी अश्योर्ड इनकम थी, आज मोदी सरकार वो अश्योर्ड इनकम को छीन रही है। पॉइंट नंबर 2, ये पहला था। पॉइंट नंबर 2, दिस इज एन अटैक ऑन द फेडरल स्ट्रक्चर ऑफ इंडिया। ये हमारे संघीय ढांचे के ऊपर एक अटैक है। इट इम्पिंजेस एंड इम्पीड्स ऑन द स्पिरिट ऑफ द कॉन्स्टिट्यूशन। ये कॉन्स्टिट्यूशन की स्पिरिट पे, हमारी आत्मा पे ये आघात है। हर स्टेट के अलग अलग मसले हैं, हर एक स्टेट के अलग अलग मसले हैं साहब। इसीलिए उन अलग अलग मसलों को सुलझाने के लिए वहां की सरकारों का चयन होता है। ये कहां का इंसाफ है कि एक चीफ मिनिस्टर और उसके सारे चुने हुए नुमाइंदे, ऑपोजिशन वगैरह सारी इकट्ठी, तुम एक स्टेट के चुने हुए नुमाइंदों की आवाज को दबा रहे हो और उसके 70% किसान उनकी आवाज को दबा रहे हो। इट इज एन अटैक ऑन आवर फेडरल स्ट्रक्चर। फेडरल स्ट्रक्चर पे ये जो अटैक है, इसके बारे में मैं पूरी तरह से पुरजोर विरोध करता हूं। और प्रियम्बल में एक वर्ड आता है फ्रेटर्निटी। फ्रेटर्निटी का क्या मतलब है? फ्रेटर्निटी का मतलब है कि हम आपसी भाईचारे में बंधे हुए हैं, हम पारिवारिक सांझ में बंधे हुए हैं, और वो यूनिटी इन डाइवर्सिटी। हमारी भाषाएं अलग हैं, हमारी भाषाएं अलग हैं, हमारा कल्चर अलग है, लेकिन फिर भी हम एक हैं। तो जब हम अपने स्टेट की बात बुलंद कर रहे हैं या किसी इंडिविजुअल किसान की बात बुलंद कर रहे हैं, हम किसान के साथ साथ हम संविधान के पक्ष में लड़ाई लड़ रहे हैं। हम आज संविधान के पक्ष में खड़े हैं, अपने फेडरल स्ट्रक्चर के पक्ष में खड़े हैं। एकता तो जेल की भी होती है, लेकिन साहब ये जेल की एकता नहीं है, ये आपसी भाईचारे की, हिंदुस्तान की एकता है। ये यूनिटी इन डाइवर्सिटी है, और वो संजीदगी से लेने वाली बात है। जो लोग, और मैं प्राइम मिनिस्टर साहब को कह रहा हूं, जो लोग वन नेशन वन मार्केट की बात करते हैं, वो पंजाब के चुने हुए नुमाइंदों की और एक चीफ मिनिस्टर की आवाज को दबा रहे हैं और कुचल रहे हैं। यह हम कभी बर्दाश्त नहीं करेंगे। जीएसटी की तरह यह पंजाब की इनकम पे वार है। तुम हमारे ही पैसे लेते हो, जीएसटी में तुमने फाइनेंशियल कंट्रोल ले लिया और सारे पैसे स्टेट के बिहाफ पे तुमने वो इकट्ठे किए, और तुम हमें ही वो पैसे दे नहीं रहे। ये कहां का इंसाफ है भाई? चोरी और सीना चोरी, क्या ये सरकारें ये करेंगी? हमारे पैसे लेके तुम ये कहते हो कि हमसे लोन पे वापस ले लो। धिक्कार है ऐसी सरकार पे। काहे का फेडरल ढांचा, फिर काहे की आपसी भाईचारक सांझ? और तुम इकोनॉमिक ब्लॉकेड लगाते हो। आई एम यूजिंग द वर्ड इकोनॉमिक ब्लॉकेड। तुम हमारी रेलें रोकते हो, हां, तुम सामान नहीं पहुंचने दोगे, तुम थ्रेटन करते हो हमें। एक तो तुम हमारे किसान की, और ये किसानी इज अ वे ऑफ लाइफ इन पंजाब, ये जीवन जीने का एक तरीका है, ये हमारी पगड़ी है। तुम हमारी पगड़ी को हाथ डालोगे तो वो हाथ तोड़ के डालेंगे।
तुम्हारी पगड़ी को हाथ डालोगे, वो हमें मंजूर नहीं है। और मैं आज भी ये कहता हूं कि तुमने हमें सवेरे भी रोकने की कोशिश की। किसानी का संघर्ष जो है वो पवित्र संघर्ष है, झंडे में डंडे वाला संघर्ष है, नॉन वायलेंट संघर्ष है। तुम उस संघर्ष को बाहरी ताकतों के साथ जोड़ोगे तो तुम किसान का निरादर कर रहोगे, उसका अपमान करोगे, वो हम सहन नहीं करेंगे। अगली बात मैं कर रहा हूं, पहले आपने जीएसटी छीन लिया हमारी मंडियों से। 5,000 करोड़ रुपया, सीएम साहब बैठे हैं, बाकी लोग बैठे हैं, 5,000 करोड़, पिछले साल 4,000 करोड़, इस साल 5,000 करोड़ बाप दादाओं ने, हमारी पुश्तों ने, 4 पीढ़ियों ने मिलके वो इंफ्रास्ट्रक्चर खड़ा किया है। मैं पूछता हूं नरेंद्र मोदी जी से कि मोदी साहब, जहां आपने ये मंडियां नहीं है, जहां आपने ये पहले लागू किया, मुझे ये बताएं कि वहां का किसान, उसकी क्या हालत है। वो लेबर कर रहा है, वो लेबर कर रहा है। देखिए आप, मैं स्टेटों का नाम नहीं लेना चाहता क्योंकि वो भी सब में हमारी पगड़ी है, हम जानते हैं, लेकिन तुम हमारे किसानों को लेबर करवाओगे, इस पगड़ी को हम पैरों में नहीं लड़ने देंगे। और यह संघर्ष हमारा गहना बनेगा। मन्नू साडी दातरी, असी मन्नू दे सोए, जो जो मन्नू वडदा, असी धूण सवल्ले होए, असी धूण सवल्ले होए। चूने की छत के ऊपर जितने थप्पड़ मारोगे वो उतनी ही सख्त, उतनी ही तगड़ी होती जाएगी। ईंट को आग में डालोगे, सोने को आग में डालोगे, वो पक जाएगा और भी चमकेगा। मैं अगला पॉइंट जो है वो ये कह रहा हूं कि पहले आपने जीएसटी छीना, फिर आप हमारी मंडियों पे आ गए। 28,000 आड़तिया रजिस्टर्ड, 5 लाख मजदूर जो मंडियों में काम करता है, हमारे बाप दादाओं का बना हुआ इंफ्रास्ट्रक्चर, तुम उसे बर्बाद करने के ऊपर तुले हो। और जहां तुमने ये फ्री मार्केट लगाई है वहां किसान लेबर कर रहा है। उसके बाद मैं अगली बात करता हूं, क्या यह अकेले पंजाब की बात है? क्या ये अकेले सिर्फ चीफ मिनिस्टर की बात है या इन एमएलओ की बात है? नहीं, ये हर हिंदुस्तानी की बात है, क्योंकि फूड इन्फ्लेशन आएगी, भुखमरी आएगी। मैं कह रहा हूं आज, कैसे कह रहा हूं? क्योंकि आपने इस कानून में अंबानी और अडानी साहब जैसे लोगों को, होर्डिंग को लेजिटिमाइज कर दिया। आपने उसमें लिख के दिया कि आप ये अनाज अपने गोदामों में रखिए, 50 गुना और 100 गुना बेचिए, 50 गुना और 100 गुना बेचिए। भुखमरी का कारण क्या है? मैं डंके की चोट पे कहता हूं, कोई डिबेट कर ले मेरे साथ कोई। भुखमरी का कारण यह नहीं है कि अनाज नहीं है, अनाज होता है साहब, अनाज गोदामों में होता है अंबानी और अडानी साहब के, लेकिन वो गरीब की पहुंच के परे हो जाता है, इसलिए इन्फ्लेशन आती है। और इन्फ्लेशन का असर अमीरों पे नहीं होता। हम तो कहते हैं भर दे भैया, अपना टैंक भर दे, कोई चक्कर नहीं, लेकिन जो गरीब 500 रुपए कमाता है, वो 500 रुपए की वैल्यू 200 रह जाती है। जो वो 500 में खरीदता था वो 2000 में खरीद नहीं पाता। तुम्हारी जीएसटी ने व्यापारी मारा, और आज ये काले कानून किसानों को मार रहे हैं, हमारी पहचान को मिटा रहे हैं। बाबा नानक ने दी थी ये हमें पहचान, मरते हुए मर जाएंगे, इस पहचान को नहीं मिटने देंगे। नाम ही खो देंगे तो किधर जाएंगे, और पहचान खो देंगे सिद्धू तो बिखर जाएंगे, नहीं बिखरने देंगे हम पंजाब को। और आखिरी पॉइंट जो मैं कहना चाहता हूं वो ये है कि आप एहसान फरामोश हो गए हो, आप एहसान फरामोश हो गए हो। मैं डंके की चोट पे कहता हूं। किस तरह से कहता हूं? क्या पंजाब को ग्रीन रेवोल्यूशन की जरूरत थी? नहीं, पंजाब ने पूरे देश का पेट भरा, 2% लोगों ने 67% लोगों का पेट भरा। फिर तुमने गरीब को अन्न कैसे दिया? सस्ती एमएसपी पंजाब, हरियाणा, वेस्टर्न यूपी से उठा के आपने 80 करोड़ लोगों का पेट भरा, और उसी को पीडीएस द्वारा उन्हें सप्लाई किया। पेट्रोल 6 रुपए का था 92 में, 78 का हो गया, और किसान की एमएसपी 3 गुना बढ़ी, वो 12 गुना, 17 गुना, और ये 3 गुना। कॉर्पोरेटों में जो काम करते हैं 1,000 गुना उनकी तनख्वाह बढ़ गई, और 1982 से लेके किसान की एमएसपी सिर्फ 15 गुना। ये कहां का इंसाफ है? ये किस तरह हम बयां करें? चाहे मंडी एमएसपी मॉडल हो या दूसरा, पहले केंद्र ने हमें इस्तेमाल किया और फिर यूज एंड थ्रो वाली पॉलिसी करके इन्होंने हमें फेंक दिया। ये 3 पॉइंट मेरे इस केंद्र की सरकार को, कहीं भी किसी को भी भेज दें और बहस कर लें,
खुलेआम जहां बुलाएंगे मैं आऊंगा। यदि हार गया राजनीति सदा के लिए छोड़ दूंगा, सदा के लिए। मैं डंके की चोट पे कहता हूं। उन्हें यह फिक्र है, आखिर में ये मैं शेयर करके फिर सीएम साहब के हवाले स्टेज करता हूं। उन्हें यह फिक्र है हरदम नई तर्जे जफा क्या है। तर्जे जफा होती है जुल्म। उन्हें यह फिक्र है हरदम नई तर्जे जफा क्या है। हमें भी शौक है देखें सितम की इंतहा क्या है। हमें भी शौक है देखें सितम की इंतहा क्या है। गुनाहगारों में शामिल हैं वो लोग जिन्होंने ग्रीन रेवोल्यूशन, व्हाइट रेवोल्यूशन अशरन की। गुनाहगारों में शामिल हैं, गुनाहों से नहीं वाकिफ। अरे सितम करते हैं वो, खुदा जाने खता क्या है। बात खत्म। ਮੈਂ ਹੁਣ ਬੇਨਤੀ ਕਰਦਾ ਸਰਦਾਰ ਪਰਮਿੰਦਰ ਸਿੰਘ ਜੀ ਢੀਂਡਸਾ ਸਾਹਿਬ ਕਿ ਉਹ ਆਉਣ ਤੇ ਆ ਕੇ ਆਪਣੀ ਗੱਲ ਰੱਖਣ ਆਪਣੀ ਪਾਰਟੀ ਵੱਲੋਂ। ਸਰਦਾਰ ਪਰਮਿੰਦਰ ਸਿੰਘ ਜੀ ਢੀਂਡਸਾ ਸਾਹਿਬ। ਅੱਜ ਦੇ ਇਸ ਰੋਸ ਧਰਨੇ ਦੇ ਉੱਤੇ ਪਹੁੰਚੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ, ਉਹਨਾਂ ਦੇ ਨਾਲ ਸਾਰੇ ਹੀ ਵਿਧਾਇਕ ਸਾਹਿਬਾਨ, ਐਮਪੀ ਸਾਹਿਬਾਨ, ਸਾਰੀਆਂ ਪਾਰਟੀਆਂ ਦੇ ਆਗੂ ਸਾਹਿਬਾਨ, ਸਮੁੱਚੀ ਪ੍ਰੈਸ, ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਰੇ ਹੀ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜੀ ਨੇ ਜੋ ਸੱਦਾ ਦਿੱਤਾ ਸੀ ਸਾਰੀਆਂ ਪਾਰਟੀਆਂ ਨੂੰ ਅੱਜ ਦੇ ਇਸ ਰਾਸ਼ਟਰਪਤੀ ਸਾਹਿਬ ਨੂੰ ਮਿਲਣ ਦੇ ਪ੍ਰੋਗਰਾਮ ਵਾਸਤੇ, ਜੋ ਬਾਅਦ ਵਿੱਚ ਇੱਕ ਧਰਨੇ ਦਾ ਰੂਪ ਲੈ ਗਿਆ। ਤੇ ਮੈਨੂੰ ਦੁੱਖ ਦੀ ਗੱਲ ਹੈ ਕਿ ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਇੱਕ ਸੂਬੇ ਦੀ ਸਰਕਾਰ ਦੇਸ਼ ਦੇ ਰਾਸ਼ਟਰਪਤੀ ਤੋਂ ਮਿਲਣ ਦਾ ਸਮਾਂ ਲਵੇ ਤੇ ਉਹਨਾਂ ਨੂੰ ਮਿਲਣ ਦਾ ਸਮਾਂ ਨਾ ਮਿਲੇ ਤੇ ਉਹ ਵੀ ਜਦ ਤੁਸੀਂ 2 ਹਫ਼ਤੇ ਪਹਿਲਾਂ ਸੂਚਿਤ ਕਰ ਦਿਓ ਵੀ ਸਾਨੂੰ ਮਿਲਣ ਦਾ ਸਮਾਂ ਦਿੱਤਾ ਜਾਵੇ ਤਾਂ ਇਸ ਤੋਂ ਮੰਦਭਾਗੀ ਗੱਲ ਕੋਈ ਹੋ ਨਹੀਂ ਸਕਦੀ। ਅਸੀਂ ਕੋਈ ਆਪਦਾ ਮੁੱਦਾ ਲੈ ਕੇ ਨਹੀਂ ਆਏ ਇੱਥੇ। ਅਸੀਂ ਪੰਜਾਬ ਦੇ ਲੋਕਾਂ ਦਾ, ਪੰਜਾਬ ਦੀ ਕਿਸਾਨੀ ਦੇ ਮੁੱਦੇ ਲੈ ਕੇ ਆਏ ਹਾਂ। ਸਾਡੇ ਆਪਸ ਵਿੱਚ ਬਹੁਤ ਮਤਭੇਦ ਨੇ। ਕਾਂਗਰਸ ਨਾਲ ਪਹਿਲਾਂ ਵੀ ਮਤਭੇਦ ਸੀ, ਅੱਗੇ ਵੀ ਰਹਿਣਗੇ, ਪਰ ਅੱਜ ਅਸੀਂ ਇਕੱਠੇ ਹੋਏ ਹਾਂ ਪੰਜਾਬ ਦੇ ਲੋਕਾਂ ਵਾਸਤੇ ਜਿਨ੍ਹਾਂ ਨੇ ਸਾਨੂੰ ਚੁਣਿਆ, ਜਿਨ੍ਹਾਂ ਨੇ ਚੁਣ ਕੇ ਆਪਦੇ ਹਿੱਤਾਂ ਦੀ ਰਾਖੀ ਕਰਨ ਵਾਸਤੇ ਸਾਨੂੰ ਵਿਧਾਨ ਸਭਾ ਵਿੱਚ ਭੇਜਿਆ। ਤੇ ਇਸ ਲਈ ਅੱਜ ਦਾ ਇਹ ਰੋਸ ਧਰਨਾ ਇਸ ਦੇਸ਼ ਦੇ ਆਜ਼ਾਦੀ ਤੋਂ ਬਾਅਦ ਮੈਂ ਸਮਝਦਾ ਇਤਿਹਾਸ ਦੇ ਵਿੱਚ ਕਲੰਕ ਦੇ ਤੌਰ ਤੇ ਦੇਖਿਆ ਜਾਊਗਾ। ਕਿਉਂਕਿ ਆਮ ਲੋਕਾਂ ਨੂੰ ਕੀ ਨਿਆਂ ਮਿਲ ਸਕਦਾ ਜਦ ਚੁਣੇ ਹੋਏ ਨੁਮਾਇੰਦਿਆਂ ਨੂੰ ਧਰਨੇ ਤੇ ਬੈਠਣਾ ਪੈ ਰਿਹਾ। ਇਸ ਗੱਲ ਦਾ ਸਾਨੂੰ ਅਹਿਸਾਸ ਕਰਨ ਦੀ ਲੋੜ ਹੈ। ਤੇ ਮੈਂ ਇਸ ਦੇ ਨਾਲ ਇਹ ਵੀ ਕਹਿਣਾ ਚਾਹੁੰਦਾ ਵੀ ਜਿਹੜੇ ਇਹ ਤਿੰਨੇ ਕਾਲੇ ਕਾਨੂੰਨ ਜਿਹੜੇ ਪਾਸ ਕੀਤੇ ਗਏ ਨੇ, ਜਿਹੜੇ ਅਖੌਤੀ ਕਿਸਾਨਾਂ ਦੇ ਹਿੱਤਾਂ ਲਈ ਕੇਂਦਰ ਸਰਕਾਰ ਨੇ ਕਿਹਾ, ਪਰ ਨਾ ਤਾਂ ਕਿਸਾਨਾਂ ਦੀ ਰਾਏ ਲਈ ਗਈ, ਕਿਸੇ ਕਿਸਾਨ ਜਥੇਬੰਦੀ ਨੂੰ ਪੁੱਛਿਆ ਨਹੀਂ ਗਿਆ ਅਤੇ ਇਸ ਕਾਨੂੰਨ ਜਿਹੜੇ ਲਾਗੂ ਕਰਤੇ। ਤੇ ਹੁਣ ਆਪਾਂ ਇਹ ਹਾਲਾਤ ਦੇਖ ਲਓ ਵੀ ਕੇਂਦਰ ਸਰਕਾਰ ਕਿਸੇ ਕਿਸਾਨ ਜਥੇਬੰਦੀ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਉਹਨਾਂ ਨਾਲ ਬੈਠ ਕੇ ਵਿਚਾਰ ਚਰਚਾ ਕਰਨ ਨੂੰ ਤਿਆਰ ਨਹੀਂ, ਅਤੇ ਉਲਟਾ ਜਦ ਪੰਜਾਬ ਨੇ ਇਸ ਕਾਨੂੰਨ ਨੂੰ ਸੋਧਣ ਵਾਸਤੇ ਜਿਹੜਾ ਐਕਟ ਪਾਸ ਕੀਤਾ ਤਾਂ ਉਸ ਤੋਂ ਬਾਅਦ ਪੰਜਾਬ ਦੇ ਉੱਤੇ ਮੈਂ ਸਮਝਦਾ ਤਾਨਾਸ਼ਾਹੀ ਫੈਸਲੇ ਪੰਜਾਬ ਦੇ ਖਿਲਾਫ ਕਰਨੇ ਸ਼ੁਰੂ ਕਰਤੇ। ਤੁਸੀਂ ਦੇਖੋ ਕਿ ਇਸ ਐਕਟ ਇਹ ਤਿੰਨੇ ਜਿਹੜੇ ਬਿੱਲ ਪਾਸ ਹੋਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਪੰਜਾਬ ਦਾ ਬਲੌਕੇਡ ਕਰ ਦਿੱਤਾ ਗਿਆ। ਪੰਜਾਬ ਵਿੱਚ ਕੋਈ ਗੁੱਡਸ ਟ੍ਰੇਨ ਨਹੀਂ ਜਾ ਸਕਦੀ, ਕੋਈ ਕੋਲਾ ਨਹੀਂ ਜਾ ਰਿਹਾ, ਕੋਈ ਰੇਹ ਨਹੀਂ ਜਾ ਰਹੀ, ਹੋਰ ਜ਼ਰੂਰੀ ਵਸਤਾਂ ਨਹੀਂ ਜਾ ਰਹੀਆਂ, ਤਾਂ ਕਿ ਪੰਜਾਬ ਨੂੰ ਉਹਦੇ ਗੋਡਿਆਂ ਜਿਹੜੇ ਭਾਰ ਕਰ ਦਿਓ। ਪਰ ਪੰਜਾਬ ਦੇ ਲੋਕ ਬੜੇ ਸ਼ਾਨ ਨਾਲ ਜਿਉਣ ਵਾਲੇ, ਆਪਦੀ ਪੱਗ ਦੀ ਹਮੇਸ਼ਾ ਉਹਨਾਂ ਨੇ ਕਦਰ ਕੀਤੀ ਹੈ, ਕਦੇ ਵੀ ਕਿਸੇ ਸਰਕਾਰ ਦੇ ਅੱਗੇ ਗੋਡੇ ਨਹੀਂ ਟੇਕਣਗੇ, ਚਾਹੇ ਜਿੰਨਾ ਮਰਜ਼ੀ ਸਰਕਾਰ ਜ਼ੁਲਮ ਕਰ ਲੇ। ਆ ਤੁਸੀਂ
ਕਿੱਡੇ ਤਾਨਾਸ਼ਾਹੀ ਫੈਸਲੇ ਨੇ। ਕਹਿੰਦੇ ਜੇ ਕੋਈ ਪਰਾਲੀ ਨੂੰ ਅੱਗ ਲਾਊਗਾ ਤਾਂ 1 ਕਰੋੜ ਰੁਪਏ ਦਾ ਜੁਰਮਾਨਾ, 5 ਸਾਲ ਦੀ ਸਜ਼ਾ ਕੀਤੀ ਜਾਊਗੀ। ਇਹ ਕੀ ਇਹ ਜਾਣਬੁੱਝ ਕੇ ਨਹੀਂ ਕੀਤਾ ਗਿਆ? ਇਹ ਸਾਰਾ ਕੁਝ ਪੰਜਾਬ ਨੂੰ ਵਿਸ਼ੇਸ਼ ਤੌਰ ਤੇ ਟਾਰਗੇਟ ਕਰਨ ਵਾਸਤੇ ਇਹ ਸਾਰੇ ਫੈਸਲੇ ਕੀਤੇ ਨੇ। ਤੇ ਅੱਜ ਸਾਡਾ ਇੱਥੇ ਆਉਣ ਦਾ ਮਕਸਦ ਵੀ ਇਹੀ ਹੈ ਕਿ ਕੇਂਦਰ ਸਰਕਾਰ ਨੂੰ ਇੱਕ ਗੱਲ ਦੱਸੀਏ ਕਿ ਪੰਜਾਬ ਦੇ ਸਾਰੇ ਚੁਣੇ ਹੋਏ ਨੁਮਾਇੰਦੇ ਅਸੀਂ ਇਕੱਠੇ ਹਾਂ ਤੇ ਅਸੀਂ ਉਹਨਾਂ ਦੇ ਤਾਨਾਸ਼ਾਹੀ ਫੈਸਲਿਆਂ ਨੂੰ ਕਦੇ ਹਰਗਿਜ਼ ਜਿਹੜਾ ਸਹਿਣ ਨਹੀਂ ਕਰਾਂਗੇ। ਮੈਂ ਅਪੀਲ ਵੀ ਕਰਨਾ ਚਾਹੁੰਦਾ ਇੱਥੋਂ, ਸਾਡੇ ਦੋ ਸਾਥੀ ਪਾਰਟੀਆਂ ਆਮ ਆਦਮੀ ਤੇ ਪਾਰਟੀ ਅਤੇ ਅਕਾਲੀ ਦਲ ਬਾਦਲ, ਉਹ ਦੋਨੇ ਅੱਜ ਇੱਥੇ ਨਹੀਂ ਆਏ। ਹਾਲਾਂਕਿ ਜਦ ਐਕਟ ਪਾਸ ਹੋਏ ਉਦੋਂ ਉਹਨਾਂ ਦਾ ਸਮਰਥਨ ਸੀ, ਸਮਾਂ ਅੱਜ ਲੋੜ ਸੀ ਵੀ ਅਸੀਂ ਇੱਕ ਏਕਤਾ ਦਾ ਸਬੂਤ ਦਈਏ। ਉਹ ਨਹੀਂ ਆਏ, ਬੜੀ ਮੰਦਭਾਗੀ ਗੱਲ ਹੈ। ਮੈਂ ਉਹਨਾਂ ਨੂੰ ਵੀ ਅਪੀਲ ਕਰੂੰਗਾ ਕਿ ਭਿੱਖ ਦੇ ਵਿੱਚ ਜਦ ਵੀ ਹੋਰ ਪ੍ਰੋਗਰਾਮ ਵੀ, ਮੈਂ ਸਮਝਦਾ ਅੱਜ ਲੜਾਈ ਖਤਮ ਨਹੀਂ ਹੈ, ਹੋਰ ਵੀ ਪ੍ਰੋਗਰਾਮ ਲਿਖਣੇ ਪੈਣੇ ਨੇ। ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ ਹੈ ਚੱਲਣਾ ਚਾਹੀਦਾ। ਮੈਂ ਸੀਐਮ ਸਾਹਿਬ ਨੂੰ ਅਪੀਲ ਕਰਦਾ ਕਿ ਮੈਂ 2 ਗੱਲਾਂ ਉੱਥੇ ਵਿਧਾਨ ਸਭਾ ਵਿੱਚ ਕਹੀਆਂ ਸੀ, ਉਦੋਂ ਸੀਐਮ ਸਾਹਿਬ ਹਾਜ਼ਰ ਨਹੀਂ ਸੀ। ਇੱਕ ਤਾਂ ਅਸੀਂ ਜਿਹੜੇ ਕਾਨੂੰਨ ਪਾਸ ਕੀਤੇ ਨੇ, ਇੱਕ ਦਰਸਾਉਣ ਲਈ ਪਾਸ ਕੀਤੇ ਨੇ ਕਿ ਅਸੀਂ ਕੇਂਦਰ ਸਰਕਾਰ ਦੇ ਨਾਲ ਡਟ ਕੇ ਲੜਨ ਲਈ ਤਿਆਰ ਹਾਂ। ਆਪਾਂ ਨੂੰ ਪਤਾ ਹੈ ਲੰਬੀ ਲੜਾਈ ਹੈ, ਪਰ ਅਸੀਂ ਸੰਕੇਤ ਕੇਂਦਰ ਨੂੰ ਸਾਫ਼ ਕਰਤਾ ਵੀ ਅਸੀਂ ਤੁਹਾਡੇ ਨਾਲ ਲੜਨ ਲਈ ਤਿਆਰ ਹਾਂ, ਅਸੀਂ ਚਿਪਣ ਵਾਲੇ ਨਹੀਂ। ਉਹਦੇ ਨਾਲ ਨਾਲ ਮੈਂ ਅਪੀਲ ਇਹ ਵੀ ਕੀਤੀ ਸੀ ਕਿ ਇੱਕ ਵੱਖਰਾ ਕਾਨੂੰਨ ਪੰਜਾਬ ਦਾ, ਪੰਜਾਬ ਜਿਹੜਾ ਕਿਸਾਨਾਂ ਲਈ ਫਾਰਮਰ ਪ੍ਰਾਈਸ ਇੰਸ਼ੋਰੈਂਸ ਐਕਟ, ਇੱਕ ਸੈਪਰੇਟ ਵੀ ਜਿਹੜਾ ਪੰਜਾਬ ਦੀ ਵਿਧਾਨ ਸਭਾ ਵਿੱਚ ਲੈ ਕੇ ਆਓ ਤਾਂ ਕਿ ਇਮੀਡੀਏਟ ਰਿਲੀਫ ਜਿਹੜੀ ਹੈ ਪੰਜਾਬ ਦੇ ਕਿਸਾਨ ਨੂੰ ਅਸੀਂ ਦੇ ਸਕੀਏ। ਦੂਜੀ ਮੈਂ ਬੇਨਤੀ ਕਰਦਾ ਕਿ ਅੱਜ ਇੱਕ ਦਿਨ ਦੇ ਸੰਕੇਤਕ ਧਰਨੇ ਦੇ ਨਾਲ ਮੈਂ ਸਮਝਦਾ ਇਹ ਮਸਲਾ ਹੱਲ ਨਹੀਂ ਹੋਣਾ। ਸਾਨੂੰ ਲੰਬਾ ਪ੍ਰੋਗਰਾਮ, ਤੁਸੀਂ ਜਿਹੜਾ ਹੈ ਪੰਜਾਬ ਸੂਬੇ ਦੇ ਮੁਖੀ ਹੋ, ਤੁਹਾਨੂੰ ਜਿਹੜਾ ਹੈ ਕੋਈ ਲੰਬਾ ਪ੍ਰੋਗਰਾਮ ਉਲੀਕਣਾ ਚਾਹੀਦਾ ਤਾਂ ਕਿ ਜਦ ਤੱਕ ਕੇਂਦਰ ਸਰਕਾਰ ਆਪਦੇ ਇਹ ਲੋਕ ਵਿਰੋਧੀ ਫੈਸਲੇ ਵਾਪਸ ਨਹੀਂ ਲੈਂਦੀ ਉਦੋਂ ਤੱਕ ਸਾਡਾ ਇਹ ਜਿਹੜਾ ਕੋਸ਼ਿਸ਼, ਸਾਡਾ ਇਹ ਸੰਘਰਸ਼ ਇਹ ਜਾਰੀ ਰਹੇ। ਅਸੀਂ ਤੁਹਾਡੇ ਨਾਲ ਪੂਰੀ ਚਟਾਨ ਵਾਂਗੂ ਡਟ ਕੇ ਖੜਾਂਗੇ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ, ਜੇ ਸਾਨੂੰ ਕਹੋਗੇ ਅਸੀਂ ਪਹਿਲਾਂ ਚੱਲਾਂਗੇ। ਤੀਜੀ ਗੱਲ ਮੈਂ ਬੇਨਤੀ ਹੋਰ ਕਰਦਾ ਕਿ ਕਿਸਾਨ ਜਥੇਬੰਦੀਆਂ ਵੱਲੋਂ 26 ਤੇ 27 ਤਰੀਕ ਦਾ ਧਰਨਾ ਦਿੱਲੀ ਦੇ ਵਿੱਚ ਰੱਖਿਆ, ਉਹ ਵੀ ਆਪਣੀ ਇਹ ਸਾਰੇ ਸੰਘਰਸ਼ ਇੱਕੋ ਹੀ ਹੈ। ਜੇ ਮੈਂ ਗੱਲ ਕਰਾਂ, ਸਾਨੂੰ ਸਾਰਿਆਂ ਨੂੰ ਜਿਹੜੇ ਇੱਥੇ ਬੈਠੇ ਆ ਇਹ ਫੈਸਲਾ ਕਰਨਾ ਚਾਹੀਦਾ ਵੀ ਅਸੀਂ ਉਸ ਜਿਹੜੇ ਲੜਾਈ ਦੇ ਵਿੱਚ ਵੀ ਉਹਨਾਂ ਦੇ ਨਾਲ ਬੈਠੀਏ ਜਾ ਕੇ। 26 ਤੇ 27 ਤਰੀਕ ਨੂੰ ਸਾਰੇ ਜਾ ਕੇ ਕਿਸਾਨ ਸੰਘਰਸ਼ ਦੇ ਵਿੱਚ ਬਰਾਬਰ ਦਾ ਹਿੱਸਾ ਪਾਈਏ ਤਾਂ ਕਿ ਇਹ ਅੱਡ-ਅੱਡ ਪ੍ਰੋਗਰਾਮਾਂ ਦੇ ਨਹੀਂ, ਇੱਕ ਪ੍ਰੋਗਰਾਮ ਥੱਲੇ, ਇੱਕ ਝੰਡੇ ਥੱਲੇ, ਇੱਕ ਅਗਵਾਈ ਦੇ ਵਿੱਚ ਇਹ ਅਸੀਂ ਲੜਾਂਗੇ ਤਾਂ ਵਸ ਜਿੱਤ ਪ੍ਰਾਪਤ ਹੋਊਗੀ। ਕਿਉਂਕਿ ਪੰਜਾਬ ਉਹ ਦੇਸ਼ ਹੈ, ਪ੍ਰਦੇਸ਼ ਹੈ ਜਿਹਨੇ ਹਮੇਸ਼ਾ ਜਦ ਲੋੜ ਪਈ ਦੇਸ਼ ਨੂੰ ਸਭ ਤੋਂ ਅੱਗੇ ਖੜਾ ਹੋਇਆ। ਚਾਹੇ ਦੇਸ਼ ਦੀ ਆਜ਼ਾਦੀ ਦੀ ਗੱਲ ਸੀ, ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ। ਦੇਸ਼ ਨੇ ਜੰਗਾਂ ਲੜੀਆਂ, ਉਦੋਂ ਸਭ ਤੋਂ ਵੱਧ ਕੁਰਬਾਨੀਆਂ ਸ਼ਹੀਦੀਆਂ ਪੰਜਾਬੀਆਂ ਨੇ ਦਿੱਤੀਆਂ। ਦੇਸ਼ ਭੁੱਖਮਰੀ ਨਾਲ ਲੜਾਈ ਲੜ ਰਿਹਾ ਸੀ, ਉਹਦੀ ਲੜਾਈ ਪੰਜਾਬ ਨੇ ਲੜੀ। ਪਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ ਵੀ ਜਦ ਪੰਜਾਬ ਨੂੰ ਲੋੜ ਪਈ ਕਦੇ ਵੀ, ਇਤਿਹਾਸ ਵੱਲ ਨਿਗਾਹ ਮਾਰ ਲਓ, ਪੰਜਾਬ ਨਾਲ ਕੋਈ ਨਹੀਂ ਖੜਾ। ਇਹ ਦੁੱਖ ਦੀ ਗੱਲ ਹੈ, ਪਰ ਪੰਜਾਬੀਆਂ ਕੋਲ ਐਡੀ ਤਾਕਤ ਹੈਗੀ ਹੈ ਵੀ ਅਸੀਂ ਆਪਦੀ ਲੜਾਈ ਆਪ ਲੜਦੇ ਸਮਰਥ ਹਾਂ ਤੇ ਸਾਨੂੰ ਇਹ ਲੜਾਈ ਜਾਰੀ ਰੱਖਣੀ ਚਾਹੀਦੀ ਹੈ। ਅਸੀਂ ਅੱਗੇ ਹੋ ਕੇ ਸਾਰੇ ਇਕੱਠੇ ਹੋ ਕੇ ਲੜਾਈ ਲੜੀਏ। ਮੈਂ ਅਪੀਲ ਕਰਦਾ ਫਿਰ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਮੈਂ ਧੰਨਵਾਦ ਕਰਦਾ ਵੀ ਇਹਨਾਂ ਨੇ ਪ੍ਰੋਗਰਾਮ ਲਿਖਿਆ। ਫਿਰ ਸਾਰੇ ਹੀ ਪਾਰਟੀਆਂ ਨੂੰ ਮੈਂ ਦੁਬਾਰੇ ਅਪੀਲ ਕਰਦਾ ਵੀ ਇਕੱਠੇ ਹੋ ਕੇ ਸਾਨੂੰ ਇਹ ਲੜਾਈ ਲੜਨ ਦੀ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਣ ਬੇਨਤੀ ਕਰਦਾ ਪੰਜਾਬ ਦੇ ਸਤਿਕਾਰਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਿ ਉਹ ਸਰ ਉੱਥੇ ਹੀ ਆ ਜਾਣਾ ਜੀ, ਉੱਥੇ ਹੀ ਆ ਜਾਣਾ ਜੀ, ਇੱਥੇ ਲੈ ਆਓ ਪਾੜਾ ਸਾਹਿਬ ਦੇ ਕੋਲ, ਅੱਗੇ ਲੈ ਆਓ, ਅੱਗੇ ਲੈ ਆਓ। ਮੈਂ ਹੁਣ ਬੇਨਤੀ ਕਰਦਾ ਪੰਜਾਬ ਦੇ ਸਤਿਕਾਰਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਿ ਉਹ ਆਉਣ ਔਰ ਪੰਜਾਬ ਦੇ ਲੋਕਾਂ ਦੀ, ਪੰਜਾਬੀਆਂ ਦੀ, ਕਿਸਾਨਾਂ ਦੀ, ਮਜ਼ਦੂਰਾਂ ਦੀ ਆਵਾਜ਼ ਔਰ ਜੋ ਇਹ ਧੱਕਾ
ਕੇਂਦਰ ਦੀ ਸਰਕਾਰ ਕਰ ਰਹੀ ਹੈ ਪੰਜਾਬ ਦੇ ਕਿਸਾਨ ਦੇ ਨਾਲ, ਮਜ਼ਦੂਰ ਦੇ ਨਾਲ ਔਰ ਪੰਜਾਬ ਦੇ ਲੋਕਾਂ ਦੇ ਨਾਲ, ਉਹਦੇ ਬਾਰੇ ਦੇ ਵਿੱਚ ਆਪਣੀ ਗੱਲ ਰੱਖਣ। ਮੇਰੀ ਬੇਨਤੀ ਹੈ, ਸਾਰੇ ਸਾਥੀਆਂ ਨੂੰ ਬੇਨਤੀ ਹੈ ਵੀ ਸਾਰੇ ਬੈਠ ਜਾਓ ਭਾਈ, ਬੈਠ ਜਾਓ ਸਾਰੇ। ਸਿਰਫ ਮੁੱਖ ਮੰਤਰੀ ਸਾਹਿਬ ਖੜੇ ਹੋਣਗੇ, ਸਾਰੇ ਸਾਥੀ ਬੈਠ ਜਾਓ, ਕਿਰਪਾ ਕਰਕੇ ਸਾਰੇ ਬੈਠ ਜਾਓ। ਉਦੋਂ ਤੱਕ ਮੈਂ ਮਾਈਕ ਨਹੀਂ ਦੇਣਾ, ਸਾਰੇ ਬੈਠ ਜਾਓ ਭਾਈ। ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ। ਅੱਜ ਮੇਰੇ ਮੈਂਬਰ ਪਾਰਲੀਮੈਂਟ ਸਾਡੇ ਪੰਜਾਬ ਦੇ ਔਰ ਸਾਡੇ ਐਮਐਲਏ ਸਾਹਿਬਾਨ, ਮਿਨਿਸਟਰ ਸਾਹਿਬਾਨ, ਸਾਡੇ ਪਾਰਟੀ ਦੇ ਨਾਲੇ ਹੋਰ ਪਾਰਟੀਆਂ ਦੇ ਪਰਮਿੰਦਰ ਜੀ ਹੁਣੀ ਬੋਲ ਕੇ ਗਏ ਨੇ ਔਰ ਖਹਿੜਾ ਸਾਹਿਬ जी बोल के गए ने और असी सारे उरे हम आए हैं यहाँ। मैं थोड़े हिंदी, मेरी हिंदी इतनी अच्छी नहीं बट फिर भी हम आए हैं यहाँ। आपको सबको मकसद का पता है। हमारा मकसद था कि हम गांधी जी के आज सुबह जाकर अपना श्रद्धा के फूल हम चढ़ाकर फिर वहीं प्रेस को मिले और अपनी जो पंजाब की बात है आपके साथ करें। अनफॉर्चुनेटली यहाँ वहाँ 144 लगा दी और हमें किसी को एमएलए को जाने नहीं दिया, मुझे जाने दिया। 4 साथियों के साथ और मेरे मेंबर पार्लियामेंट साथ गए मेरे, बाकी सारे इधर एकत्र हुए। हमारा कभी भी पंजाब का मकसद ये नहीं था कि हम कोई झगड़ा करें या कोई किसी तरीके से एंटी नेशनल कोई बात जो बनाने की कोशिश की जा रही है कि हमने किया कुछ। हमारे तो आप शायद ना जाने, लेकिन बहुत हमारे लोग आज इस चीन की सरहद पर, पाकिस्तान की सरहद पर अब बैठे हैं। और अगर कितने आप कहोगे तो नंबर्स हमारे आबादी से, हमारी 3 करोड़ 40 लाख की आबादी है और फार ग्रेटर प्रोपोर्शन हमारी आबादी से वहाँ बैठे हैं। सियाचिन पे 22,000 फुट पे, गुरेज, द्रास, कारगिल, लेह लद्दाख, चुशूल, दौलत बेग ओल्डी, आप गलवान वैली, ये सब हमारे पंजाबी बैठे हैं। और ये कभी भी नहीं सोच सकते कि किसी तरीके से पंजाब कोई एंटी नेशनल तरीके से कोई बात करे। हम तो आए हैं सिर्फ इसलिए कि ये जो बिल पास किए, 3 बिल हमने देखा है इनको कि वो हमारी जो किसानी है, हम ऐसा मैं कहना चाहता हूं आपको कि चाहे पंजाब 1.57% है सिर्फ हिंदुस्तान की आबादी, 1.57%, लेकिन 40% हम देते हैं नेशनल फूड पूल को। मेरे फूड मिनिस्टर यहाँ बैठे हैं, आशु जी। धान आज रिकॉर्ड धान पे जा रहे हैं हम। 1 लाख, मेरा ख्याल 165 लाख है आशु जी, आज दी 160 लाख टन पहुंच गया, ये रिकॉर्ड है। और अभी 10-12 लाख टन और आना है। सो वी आर डूइंग जो हम कर सकते हैं अपने देश के लिए। जो हमारा गेहूं था वो भी इस रिकॉर्ड इस साल हम हुआ, लेकिन हमारा सिस्टम में कुछ और है। तो देश के और सिस्टम और होते हैं। हमारा एक सिस्टम है और बहुत देर से चला। ग्रीन रेवोल्यूशन से पहले, ग्रीन रेवोल्यूशन तो एक 1966 में आया था, लेकिन उससे पहले आड़तिया सिस्टम चलती थी हमारी। वो हर गांव में हर इंसान को मालूम है, हर हमारे किसान को, कि मेरा आड़तिया कौन है। उसको जाके अपनी जिन्स जो भी था देते थे। और जब कभी उसको तकलीफ हुई, बेटी की शादी हो गई या कोई बीमार हो गया घर में, रात को भी 12 बजे कट आकर
उससे पैसे ले लेते थे आरटीआर से। एक सिस्टम चला आ रहा था, एक एस्टैब्लिश सिस्टम था। उसको तोड़ने का फायदा क्या है आपको हुआ? आप एक सिस्टम कर रहे हो कि कॉर्पोरेट हाउसेज इसको खरीदें। अब आप बताओ मुझे कि 75% मेरे किसान 5 किले से कम हैं, उनमें से आधे किसान 2.5 किले से कम है। मैं जानता इसलिए हूं क्योंकि आंकड़े हमने अभी निकाले हैं। मैंने उनको डेट रिलीफ दिया हुआ है, 5,000 करोड़ मैंने उनको दिया, जो बेचारे गरीब अपना कर्जा नहीं दे रहे थे, और हमारी जो यहाँ सुइसाइड्स वगैरह हो रही थी, आत्महत्या हो रही थी, उसको उनकी मदद करने के लिए हमने ये किया। तो ये जो लड़ाई मैं ले रहा हूं, मैं उन गरीबों के लिए ले रहा हूं जिनकी 2 एकड़, 1 एकड़, 2.5 एकड़, और वो हैं 75% के 25% इज दैट टाइप ऑफ, उस किस्म का फार्मर। अब आप मुझे बताओ कि अगर कॉर्पोरेट हाउसेस खरीदने लग जाएं तो ये रात को इसको बेटी बीमार हो गई या बेटा बीमार हो गया, उसकी वाइफ बीमार होगी, कहां से पैसे लाएगा वो? विल गो टू द कॉर्पोरेट हाउस एंड से कि खटका करो कि मुझे पैसे दो? एक सिस्टम चल रहा है आपका, किसी बैंक के पास जा सकता है कि मुझे पैसे दो, लेकिन ये सिस्टम जो एक भाई भाई का रिश्ता है, आप तोड़ रहे हो। व्हाट डू यू गेन बाय दिस? बाय रिप्लेसिंग वन सिस्टम विद अनदर सिस्टम व्हिच डज नॉट वर्क, कैन नॉट वर्क इन पंजाब, एंड नोबडी इज स्टॉपिंग यू। हु इज स्टॉपिंग? आज कीनो शुरू हो गए पंजाब के, तो मद्रास बिक रहे हैं हमारे, किसने रोका है? किसी ने नहीं रोका। सो नोबडी इज स्टॉपिंग एनीवन। जिसने खरीदना है खरीद ले, लेकिन जो एक सिस्टम चल रहा है जो इतनी देर से, उसको क्यों तोड़ रहे हो आप? एंड फिर प्रॉब्लम हमारी, जब किसान नाराज हो गए और वो 31 किसान यूनियन से मेरे पास, और उन्होंने अपना आंदोलन शुरू किया, सड़कें बंद कर दी। मैंने उनको समझाया, हमारे मिनिस्टर्स उनके साथ आज भी बैठे हैं, और हमारे मिनिस्टर कुछ उनके उस डेलीगेशन के इधर भी हैं जो आज आए हैं सिर्फ आज हिस्सा देके उसके वापस जाने का। उनको उन्होंने समझाया उनको, लेकिन वो कैसे, जब उनके पेट की, मैंने एक बार कहा था कि 2 बातें हैं जो किसी हुक्मरान को छेड़नी नहीं चाहिए। एक तो कोई धर्म की बात हो, डोंट टच इट, और दूसरा अगर कोई पेट पे कोई लात मारता है उसको भी। दीज आर 2 थिंग्स जहां एजिटेशन होती है, धर्म के मसले पे, या जब बच्चों को रोटी नहीं दे सकता कोई, उस मसले पे, और उस मसले पे हम आ रहे हैं। ये झगड़ा होएगा। वी हैव अ नेबर, हमारा है पाकिस्तान, डेली छेड़छाड़ करने की कोशिश करता है। आई एम ऑल्सो होम मिनिस्टर ऑफ द स्टेट, आई एम वेल अवेयर ऑफ जो पोजीशन वहां है। 1 to 3 drones are coming across every day with weapons which they are dropping. Now that has to happen to some, it goes into gangsters' hands, it goes into anti-national hands, which with some objective sometime or the other, कभी ना कभी कुछ छेड़छाड़ करेंगे, और उसके लिए वो कर रहे हैं। आप, हमने शेयर किया है गवर्नमेंट ऑफ इंडिया से, उनकी एजेंसीज, हमारी एजेंसी एक साथ काम कर रही हैं इस पे कि ये बातें हम रोकें। वी डोंट वांट ट्रबल। पंजाब अगर ट्रबल होगा, हम बॉर्डर स्टेट हैं। एक तो हमारे जवान बैठे हैं पूरे हिंदुस्तान की सरहद पे, और दूसरा हमारे गांवों पे ही शेलिंग होती है। 65 की लड़ाई मैंने देखी, जहां मैं पंजाब में ही था, और किस तरीके से तोप खाने की तबाही होती थी हमारे गांवों में। और हमारे जो गुरदासपुर, अमृतसर, तरन तारण वाले बैठे हैं सामने, उनको मालूम है कि जो कुछ वहां होता है। तो ये बातें, वी डोंट वांट ट्रबल, लेकिन मैं चाहता हूं कि इंसाफ हो, एंड दिस इज नॉट इंसाफ कि आप गरीब की रोटी आप छीन रहे हो। दूसरा, आज हमारे ट्रेन, हमारे रेल रोड्स नहीं बंद, ये कह देते हैं कि बंद है, हमारे नहीं बंद। सिर्फ 2 जगह में जहां कोई पावर स्टेशंस हैं प्राइवेट हैंड्स में, क्योंकि इनकी लड़ाई कॉर्पोरेट हाउसेस के साथ है,
लोगों के साथ नहीं, पंजाब गवर्नमेंट के साथ नहीं, पंजाब के साथ नहीं, हिंदुस्तान के साथ नहीं, कॉर्पोरेट हाउसेस के से। 2 कॉर्पोरेट हाउसेस की जो पावर प्लांट्स हैं, वो जो ऑफ शूट्स हैं मेन रोड से जो रेलवे लाइंस जाती हैं, उन पे किसान 2 पे बैठे हैं, बाकी कहीं नहीं। तो मैंने कहा था, आई स्पोक टू द रेलवे मिनिस्टर, तो उनको मैंने कहा कि आप ये 2 लाइनों पे बैठे हैं, बाकी आप ट्रेन को थ्रू करो, गुड्स ट्रेन को थ्रू करो। कहते पैसेंजर ट्रेन भी होनी चाहिए। मैंने क्या, कर दो बात, हमें तो कोई प्रॉब्लम नहीं है। कौन गारंटी रहता है? मैं रहता हूं। जहां जहां मुझे चाहिए, जो स्टेशन पे आपको, जो आप रेलवे वाले को, वहां हम पुलिस बैठा देंगे। आपकी रेलवे पुलिस है, मेरी पंजाब पुलिस है। वी विल लुक टू सी कि ट्रेन में कोई गड़बड़ नहीं होगी। और करें क्यों? क्योंकि नुकसान तो आज हो रहा है किसानों का। आज मेरे सारे पावर प्लांट शट डाउन हो गए। आज जो चल रही है थोड़ी बहुत बिजली पंजाब में, वो आ रही है नेशनल ग्रिड से, और वो भी अगर हमारे पास आज पैसे नहीं आए सेंटर से। ये आपका जिक्र हुआ था आज बोलते हुए, मेरा ख्याल सिद्धू साहब ने कहा था कि जीएसटी एक कॉन्स्टिट्यूशनल गारंटी है। वो जीएसटी हमें मिलनी चाहिए एवरी क्वार्टर। आज मार्च 31 के बाद मेरे पास कोई पैसा नहीं आया। 10,000 करोड़ पेंडिंग पड़ा है सेंटर के पास। 1,000 करोड़ आरडीएफ रूरल डेवलपमेंट फंड का, मिनिस्टर साहब बैठे हैं यहां, वो नहीं आया हमारे पास। वाई आर यू डूइंग दिस? आज अगर ट्रेन नहीं चलेंगे तो कोयला नहीं आएगा, प्लांट्स नहीं चलेंगे। दूसरा, मेरी फसल आज रिकॉर्ड बम्पर क्रॉप मैं कह के हटा हूं। मेरे पास बारदाना नहीं है, वो बोरी है जिसमें हम भरते हैं, उसको हम बारदाना कहते हैं, वो नहीं है मेरे पास। कनक की बिजाई शुरू होगी गेहूं की, और गेहूं के लिए मेरे पास सिर्फ 10% यूरिया जितना चाहिए था उतने 10% है मेरे पास। डाई अमोनियम फॉस्फेट जो आलू लगते हैं, आलू शुरू हो गई बिजाई, उसके पास भी हमारे पास शॉर्टेज ऑफ डाई अमोनियम फॉस्फेट, वो नहीं है मेरे पास। और मेरे जो रिकॉर्ड बम्पर क्रॉप आ रहा है, अगर उसको संभाल नहीं करेंगे, दिवाली से पहले सुना है कि बारिश आएगी, और अगर कोई खराबी हो उस बार, उस जो मंडी में हमारी पड़ी है, वो धान जो आ रहा है अभी, तो वो हमारे सिर होगा। ये है अंडरस्टैंडिंग हमारी फूड कॉर्पोरेशन के साथ कि एक बार हमने खरीद लिया, जिम्मेवारी हमारी है, कोई खराबी हो पंजाब के सिर। और आप अलाउ नहीं कर रहे कि बारदाने आए, और आप ये भी नहीं कर रहे कि जो पिछला गेहूं पड़ा है, हमारे गोडाउन भरे हुए हैं, जब तक उनको निकालेंगे नहीं हम, तो हम ये नई फसल रखेंगे कहां? सो दिस इज अ बिग प्रॉब्लम जो आ रही है हमारे पंजाब के लिए, विच दीज पीपल मस्ट अंडरस्टैंड। अपार्ट फ्रॉम ये ट्रेन हमारे साथ हिमाचल में भी यही ट्रेन जाती हैं, जम्मू कश्मीर भी सप्लाई को होता है, लद्दाख में भी। और आप नहीं जानते उतनी ठंड कितनी होती है। अगर सियाचिन में कोई जाए या द्रास में कोई जाए तो 40% बिलो सेंटीग्रेड इज थिंग, एंड इफ यू डोंट गेट सप्लाईज इन टाइम टू स्टॉक अप फॉर द विंटर, देन व्हाट इज दिस सोल्जर गोइंग टू डू? कोई नहीं सो सकता उधर। वो अपने तंबुओं बंकर्स में केरोसिन के बर्नर लगाते हैं, केरोसिन भी पहुंचनी चाहिए। तो दीज आर ऑल इंटर रिलेटेड मैटर्स रिलेटेड टू नेशनल सिक्योरिटी, टू आवर नेबरिंग स्टेट्स एंड टू अस। ये कह दिया था उन्होंने, हमारे जो किसान यूनियन थी इससे पहले, बहुत पहले, कि हम सड़कें खोल देते हैं। और मैंने कह दिया था पीयूष गोयल जी को, सड़कें खुली हैं, बट दिस इज नॉट हैपनिंग। अब इसका जिक्र हुआ आज अबाउट द कॉन्स्टिट्यूशनल पोजीशन, इसका भी जिक्र किया था। आई ब्रॉट द कॉन्स्टिट्यूशन बुक विद मी ताकि मैं आपको सुना सकूं। अब अंडर द 7th शेड्यूल लिस्ट 1 यूनियन लिस्ट है। पहले तो यूनियन लिस्ट है कि जो गवर्नमेंट ऑफ इंडिया अपनी डिपार्टमेंट्स को संभाल सकती है, दैट इज 97 आइटम्स दे टू। नंबर 2 इज लिस्ट 2 विच इज कॉल्ड द स्टेट लिस्ट। ये स्टेट लिस्ट में इट इज रफली 54 आई थिंक इट इज आइटम्स जो हैं, उसमें से number 14 states that agriculture, including agricultural education and research,
protection against pests and prevention of plant diseases is a state subject. हमारा फैसला है कि हम क्या करें कि ना क्या. That's the federal system that has worked in India ever since independence. इन्होंने क्या किया, ये इसको डिस्कार्ड करके they brought it under the concurrent list in which they have said number 33, let me just do this. Number 33, which they have said trade and commerce in production and supply. Trade and commerce. Now, is agriculture trade and commerce? As I have seen it, and as an agriculturist, I think सभी जानते हैं, agriculture का मतलब है sowing seed in the ground to produce a crop for consumption. Marketing is something different. So they have cut it out of the 7th schedule and taken it into the and charged this. So we, under the concurrent list, which we have the authority to do, we have challenged it and made it the ones we have, farm laws which we have passed. अब इसमें हमने जो हम समझते थे कि गलत बात थी, वो हमने इसमें अमेंड की है अपने बिल्स में. और आज जो आया अखबारों में कि मैं कोई प्रेसिडेंट साहब को मिलने जा रहा था, राष्ट्रपति जी को, इनको ये बताने, मैं नहीं बताना ये इसलिए जा रहा था, मुझे मालूम है कि वो बिल अभी राजभवन में पड़ा है गवर्नर साहब के पास. क्यों पड़ा है ये मुझे समझ नहीं आती. बिकॉज गवर्नर हैज नो रोल टू प्ले. गवर्नर इज ओनली अ पोस्ट बॉक्स. वो हम देते हैं उनको. हम 20 तारीख को दे आए थे सब पार्टीज मिलकर, और उनकी ड्यूटी बनती थी कि उसको राष्ट्रपति जी को पहुंचाए. 2 हफ्ते हो गए, आज तक नहीं पहुंची. उनने कोई उसमें कमेंट नहीं देना, कुछ नहीं करना. इट इज स्ट्रेट फॉरवर्ड डिलीवरी टू द राष्ट्रपति भवन टू द प्रेसिडेंट. Now we want to know that. So I did not go to see I wanted to see the president for this reason. I wanted to see him. He is our president. He is the head of our state, our country. And it is my duty to brief him for national security purposes and jo hamari food security purposes, what the situation is. When the bill comes, it is for the president to take his decision. However, we are doing this, and we have challenged it under 254(2), which was a solution given to BJP-ruled states by Mr. Jaitley, Arun Jaitley, कि आप ये 254(2) से जो सेंट्रल गवर्नमेंट, हमारी सेंट्रल गवर्नमेंट थी, उसमें आप डोंट वेट फॉर द रिस्पॉन्स, 254(2) में चैलेंज करो. तो हमने तो उनकी जो रिस्पॉन्स थी, जो उन्होंने किया, और उस टाइम राष्ट्रपति जी ने उसको जो उन्होंने पास किया, उनके स्टेट्स ने पास किया, वो उन्होंने the president gave full assent to those bills. So I hope जब आएगा कि राष्ट्रपति जी इसको देखेंगे, वो भी उसी बेसिस पे इसको assent देंगे अपनी. So my point is this now only, कि please do not think that Punjab is a state which is out to disturb the peace of this country. We are not. We are there to preserve the peace of this country. My job, ये मेरा काम है, and I have told you, I am also Home Minister. I know what Pakistan is up to. There will be what China is up to. There will be collusiveness in there whenever any trouble takes place, and if it takes place, which I hope it doesn't, but it will take. But we are there to give our blood. We have given our blood many times in the past for our country, and we will do it again. That's not a problem. My problem is that you must now look at us in that light. And I hope that the government of India will look at us. हमारी दिल्ली की जो सरकार है, हमें देखेंगे और समझेंगे कि हम क्या चाह रहे हैं. हम कोई झगड़ा नहीं चाहते. If you notice, there has been no casualty. पंजाबी ਦੇ ਵਿੱਚ भी बोलना, फिर समझ आने हो सारे किधर. अच्छा, पंजाब. ਗੱਲ ਇਹ ਹੈ कि ਅਸੀਂ ਇੱਥੇ ਪੰਜਾਬ ਨੇ ਆਪਣਾ ਖੂਨ ਡੋਲਿਆ ਇਸ ਆਪਣੇ ਦੇਸ਼ ਦੇ ਲਈ. ਪਤਾ ਨਹੀਂ ਕਿੰਨੇ ਲੱਖਾਂ ਬੰਦੇ ਸ਼ਹੀਦ ਹੋਏ ਨੇ,
किन्ने जंग साडे होए ने 1947 ਦਾ 1962 ਦਾ 1965 ਦਾ 1971 ਦਾ 71 ਦਾ कारगिल ਦੀ ਲੜਾਈ 1999 ਵਿੱਚ ਸਭ ਲੜਕੇ ਉੱਥੇ ਸਾਡੇ ਸ਼ਹੀਦ ਹੋਏ ਨੇ। ਇੱਥੇ ਜਿਹੜੀ ਗਲਵਾਨ ਦੇ ਵਿੱਚ ਹੁਣ ਐਕਸ਼ਨ ਹੋਇਆ ਪਿੱਛੇ ਜੇ, who were they? Do you know which brigade it was? It was 81 पटियाला ब्रिगेड, जो पटियाला का हेडक्वार्टर था ड्यूरिंग एट द टाइम ऑफ मर्जर ऑफ स्टेट्स, उसको 81 ब्रिगेड बना दिया था एंड इट्स कॉल्ड 81 ब्रिगेड इन ब्रैकेट्स पटियाला। उसके हमारे लड़के शहीद हुए गलवान में, जो हमारे 3 मीडियम के और सिख और बिहार रेजिमेंट के वगैरह सब वही थे। तो हमने तो बहुत खून दिया है अपने मुल्क के लिए, हम ऐसा नहीं कभी होने देंगे, और जब मुल्क हमें चाहेगा हमारे खून के लिए हम हाजिर है, वी विल गिव इट टू आवर कंट्री। आई ओनली वांट कि प्लीज लुक एट द प्लाइट ऑफ दोस स्मॉल फार्मर्स। मेरी लड़ाई सिंगला साहब के लिए या लाडी जी के लिए या किसी और के लिए नहीं है, मेरी लड़ाई है वो गरीब किसानी जो आज 75% किसान मेरे 5 एकड़ के कम हैं, उसमें से आधे 2-2.5 एकड़ के आदमी हैं। वो 2-2.5 एकड़ वालों के लिए मेरी लड़ाई है, क्योंकि वो नहीं खटखटा सकते ऑन टू मिस्टर अंबानी और मिस्टर समबडी एल्स। वो तो बेचारे अपने आर्थिक के पास जाएंगे कि मेरी बेटी बीमार है, मैं हॉस्पिटल जाना है, तो क्यों उन्हें इसको चलने दो। इस कारण हम इधर आए हैं और वी वांट, आई होप कि आई कैन नाउ request you to please give us the support we need so that we can get Punjab out of this trouble and us moving ahead. Thank you all. Thank you. ਸਾਰੇ ਐਮਐਲਏ ਸਾਹਿਬਾਂ ਨੂੰ ਕਹਿ ਦੇਣਾ ਕਪੂਰਥਲਾ ਹਾਊਸ ਲੰਚ ਹੈ। ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਆ ਔਰ ਸਾਰੇ ਐਮਐਲਏ ਸਾਹਿਬਾਨ ਨੂੰ ਬੇਨਤੀ ਹੈ ਕਿ ਕਪੂਰਥਲਾ ਹਾਊਸ ਮੁੱਖ ਮੰਤਰੀ